मेरी सरकार पता किन्ना दे बच्चे किन्ना दी अंशवंश है। गुरु नानक पातशाह जी दे तीजे स्वरूप धन धन श्री गुरु अमरदास जी महाराज। और मेरे वालों कही हुई गल किसी दे दिल विच भी गलती नाल भी कोई ठेस पहुंचा गई होवे ਤਾਂ मैं उस लिए 100 ਵਾਰੀ माफी ਮੰਗਦਾ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸਾ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਇਸ ਖਾਸ ਲਾਈਵ ਸ਼ੋਅ ਦੇ ਵਿੱਚ। ਅੱਜ ਮੁੱਦਾ ਹੈ ਗੁਰਦਾਸ ਮਾਨ ਦੇ ਵੱਲੋਂ ਆਪੋ ਬਣਾਈ ਗਈ ਸੋਚ ਨੂੰ ਲੈ ਕੇ ਜਿਹੜੇ ਬੋਲੇ ਗਏ ਬੋਲ ਨੇ। ਗੁਰਦਾਸ ਮਾਨ ਨੇ ਭਾਵੇਂ ਮਾਫੀ ਮੰਗ ਲਈ ਹੈ ਪਰ ਸਿੱਖਾਂ ਦੇ ਵੱਲੋਂ ਮਾਫੀ ਦਿੱਤੀ ਨਹੀਂ ਜਾ ਰਹੀ। ਇਸ ਮੁੱਦੇ ਤੇ ਚਰਚਾ ਕਰਾਂਗੇ। ਬਹੁਤ ਸਾਰੇ ਸਵਾਲ ਜਵਾਬ ਨੇ ਨਕੋਦਰ ਡੇਰੇ ਨੂੰ ਵੀ ਲੈ ਕੇ ਤੇ ਜਿਹੜਾ ਇਹ ਸਾਰਾ ਕੁਝ ਵਾਪਰਦਾ ਹੈ ਬਿਆਨ ਦਿੱਤੇ ਜਾਂਦੇ ਨੇ ਕਿ ਅਣਜਾਣੇ ਦੇ ਵਿੱਚ ਦਿੱਤੇ ਜਾਂਦੇ ਨੇ ਜਾਂ ਜਾਣਬੁੱਝ ਕੇ ਫਿਰ ਮਾਫੀਆਂ ਮੰਗੀਆਂ ਜਾਂਦੀਆਂ ਨੇ, ਉਹ ਵੀ ਚੰਗੇ ਤਰੀਕੇ ਦੇ ਨਾਲ ਨਹੀਂ ਜਿਵੇਂ ਕਿ ਸਿੱਖ ਭਾਈਚਾਰੇ ਦੇ ਵੱਲੋਂ ਕਿਹਾ ਜਾ ਰਿਹਾ ਹੈ। ਪੂਰੀ ਚਰਚਾ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਿੱਖ ਹਿਸਟੋਰੀਅਨ ਨੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸਾ ਟੀਵੀ ਤੇ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਗੁਰਦਾਸ ਮਾਨ ਨੇ ਮਾਫੀ ਮੰਗ ਲਈ ਹੈ। ਜਿਹੜਾ 20 ਅਗਸਤ ਨੂੰ ਪ੍ਰੋਗਰਾਮ ਹੋਇਆ ਨਕੋਦਰ ਡੇਰੇ ਦੇ ਵਿੱਚ, ਗੁਰਦਾਸ ਮਾਨ ਪੰਜਾਬੀ ਗਾਇਕ ਵੀ ਹੈ ਤੇ ਇਸ ਵਕਤ ਨਕੋਦਰ ਡੇਰੇ ਦਾ ਗੱਦੀ ਨਸ਼ੀਨ ਵੀ ਹੈ। ਉਹਨਾਂ ਦੇ ਵੱਲੋਂ ਪ੍ਰੋਗਰਾਮ ਦੇ ਵਿੱਚ ਜੋ ਕਿਹਾ ਗਿਆ ਸੀ, ਇਲਜ਼ਾਮ ਲਾਏ ਜਾ ਰਹੇ ਨੇ ਕਿ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦੇ ਨਾਲ ਤੁਲਨਾ ਕੀਤੀ ਗਈ ਹੈ ਡੇਰੇ ਦੇ ਸਾਈਂ ਦੇ ਨਾਲ, ਜਿਹੜੇ ਕਿ ਹੁਣ ਇਸ ਦੁਨੀਆ 'ਚ ਨਹੀਂ ਰਹੇ ਹੈਗੇ। ਮਾਫੀ ਵੀ ਮੰਗ ਲਈ ਹੈ ਪਰ ਮਾਫੀ ਦਿੱਤੀ ਨਹੀਂ ਜਾ ਰਹੀ। ਫਰਜ਼ੀ ਮਾਫੀ ਕਿਉਂ ਲੱਗਦੀ ਹੈ ਸਿੱਖ ਪੰਥ ਨੂੰ? ਦਰਅਸਲ ਸਭ ਤੋਂ ਪਹਿਲਾਂ ਤਾਂ ਇਸ ਦੇ ਪਿਛੋਕੜ ਨੂੰ ਵੇਖਣਾ ਪਵੇਗਾ ਕਿ ਪਹਿਲੀ ਗੱਲ ਤੇ ਜਿਹੜੀ ਮਾਫੀ ਦੀ ਕਹਿੰਦੇ ਨੇ ਕਿ ਮਾਫੀ ਦੀ ਜਿਹੜੀ ਪ੍ਰਕਿਰਿਆ ਇਹ ਬਹੁਤ ਵਾਰੀ ਦੁਹਰਾਈ ਜਾ ਚੁੱਕੀ ਹੈ। ਕੇਵਲ ਸਿੱਖਾਂ ਦੇ ਮਸਲੇ ਦੇ ਵਿੱਚ ਨਹੀਂ ਬਲਕਿ ਤਕਰੀਬਨ ਜਨਵਰੀ 2000 ਦੇ ਵਿੱਚ ਹਿੰਦੂਆਂ ਦੇ ਮਸਲੇ ਦੇ ਵਿੱਚ ਵੀ ਇਹ ਗੱਲ ਦੁਹਰਾਈ ਜਾ ਚੁੱਕੀ ਹੈ। ਪਹਿਲੀ ਗੱਲ ਤੇ ਦੂਸਰੀ ਗੱਲ ਇਹ ਹੈ ਕਿ ਅਕਸਰ ਜਦੋਂ ਕਿਸੇ ਮਨੁੱਖ ਦੀ ਮਾਨਸਿਕਤਾ ਵੱਲ ਵੇਖਦੇ ਆ ਤਾਂ ਮੇਰੇ ਖਿਆਲ ਦੇ ਨਾਲ ਹੁਣ ਤੱਕ ਗੁਰਦਾਸ ਮਾਨ ਦੇ ਵੱਲੋਂ ਜਿੰਨੀਆਂ ਵੀ ਇਵੇਂ ਦੀਆਂ ਕੋਤਾਹੀਆਂ ਹੋਈਆਂ ਨੇ, ਚਾਹੇ ਉਹ ਇੱਕ ਕਿਸੇ ਸਮੇਂ ਦੇ ਵਿੱਚ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ, ਉਹਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਸੀ ਉਹਨਾਂ ਨੇ ਵਿਰੋਧ ਕੀਤਾ ਤਾਂ ਇਸ ਨੇ ਬੰਬੇ ਤੋਂ ਲਿਖਤੀ ਮਾਫੀ ਜਿਹੜੀ ਸੀ ਉਹ ਭੇਜ ਦਿੱਤੀ ਸੀਗੀ। ਮੇਰੇ ਖਿਆਲ ਨਾਲ ਖੁਦ ਹਾਜ਼ਰ ਹੋ ਕੇ ਵੀ ਜਾਂ ਉਦੋਂ ਇਹ ਇਸ ਤਰ੍ਹਾਂ ਦੇ ਨਾਲ ਵੀ ਜਿਸ ਤਰ੍ਹਾਂ ਹੁਣ ਲਾਈਵ ਹੋ ਕੇ ਇਸ ਨੇ ਕਿਹਾ ਹੈ ਕਿ ਮੈਨੂੰ ਜਿਹੜੀ ਹੈ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਤਾਂ ਮੈਨੂੰ ਦੁੱਖ ਹੈ, ਇੰਜ ਨਹੀਂ ਸੀ ਕਿਹਾ ਗਿਆ। ਉਸ ਤੋਂ ਬਾਅਦ ਜੇਕਰ ਸਿੱਧਾ ਅਸੀਂ ਆ ਜਾਂਦੇ ਹਾਂ ਪੰਜਾਬੀ ਬੋਲੀ ਦੇ ਉੱਪਰ, ਤਾਂ ਪੰਜਾਬੀ ਮਾਂ ਬੋਲੀ ਦੇ ਬਾਰੇ ਜਿਹੜੀ ਸ਼ਬਦਾਵਲੀ ਇਸਨੇ ਕੈਨੇਡਾ ਦੇ ਵਿੱਚ ਵਰਤੀ ਉਸ ਦੇ ਉੱਪਰ ਸਖਤ ਇਤਰਾਜ਼ ਸੀ ਸਿੱਖ ਕੌਮੀਅਤ ਨੂੰ। ਖਾਸ ਕਰਕੇ ਮੈਂ ਕਹਿੰਦਾ ਜੇ ਸਿੱਖਾਂ ਦੀ ਗੱਲ ਛੱਡ ਦੇਵਾਂ ਤਾਂ ਬਹੁਤ ਸਾਰੇ ਪੰਜਾਬੀਆਂ ਨੂੰ ਵੀ ਇਸ ਗੱਲ ਦੇ ਉੱਪਰ ਕਿਤੇ ਨਾ ਕਿਤੇ ਇਤਰਾਜ਼ ਸੀ। ਜੇ ਉਸ ਇਤਰਾਜ਼ ਤੋਂ ਬਾਅਦ ਦੇ ਵਿੱਚ ਵੀ ਇਹਦੀਆਂ ਜਿਹੜੀਆਂ ਵਿਆਖਿਆਵਾਂ ਆਈਆਂ ਜਾਂ ਜਿਹੜੀਆਂ ਇਹਦੀਆਂ ਐਕਸਪਲੇਨੇਸ਼ਨਸ ਆਈਆਂ ਉਹ ਇਸ ਤਰ੍ਹਾਂ ਦੀਆਂ ਨਹੀਂ ਸੀ ਹੈਗੀਆਂ ਕਿ ਮੈਨੂੰ ਆਪਣੇ ਕੀਤੇ ਦੇ ਉੱਪਰ ਅਫਸੋਸ ਹੈ। ਉਹਦੇ ਤੋਂ ਬਾਅਦ ਜੇਕਰ ਇਹਦੇ ਸ਼ੋਅ ਦੇ ਦੌਰਾਨ ਚਰਨਜੀਤ ਸਿੰਘ ਸੁੱਜੋ ਹੁਣਾਂ ਨੇ ਇੱਕ ਪ੍ਰਤੀਕਾਤਮਕ ਵਿਰੋਧ ਹੀ ਹੁੰਦਾ ਹੈ ਵੀ ਹੋਰ ਉਹਨਾਂ ਨੇ ਕੋਈ ਗੋਲੀ ਨਹੀਂ ਸੀ ਮਾਰ ਦਿੱਤੀ, ਕੋਈ ਉੱਥੇ ਬੰਬ ਨਹੀਂ ਸੀ ਚਲਾ ਦਿੱਤਾ। ਜੇ ਪ੍ਰਤੀਕਾਤਮਕ ਰੂਪ ਦੇ ਵਿੱਚ ਵਿਰੋਧ ਹੀ ਕੀਤਾ ਕਿ ਮਾਂ ਬੋਲੀ ਦੇ ਦੋਖੀ ਮੁਰਦਾਬਾਦ, ਤਾਂ ਜਿਹੜੀ ਸਟੇਜ ਦੇ ਉੱਪਰੋਂ ਜਿਸ ਤਰ੍ਹਾਂ ਦੀ ਘਟੀਆ ਸ਼ਬਦਾਵਲੀ ਵਰਤੀ ਗਈ ਉਹਦੇ ਨਾਲ ਜਿਹੜੇ ਕਿਤੇ ਨਾ ਕਿਤੇ ਸਿੱਖਾਂ ਦੇ ਜਾਂ ਪੰਥਕ ਹਲਕਿਆਂ 'ਚ ਵਿਚਰਨ ਵਾਲੇ ਲੋਕਾਂ ਦੇ ਹਿਰਦੇ ਹੋਰ ਵੀ ਬਲੁੰਦਰੇ ਗਏ। ਉਸ ਤੋਂ ਬਾਅਦ ਹੁਣ ਆ ਜਿਹੜਾ ਘਟਨਾਕ੍ਰਮ ਹੋਇਆ ਤੇ ਇਹਦੇ ਵਿੱਚ ਵੀ ਜਿਹੜੀ ਮਾਫੀ ਦੀ ਸ਼ਬਦਾਵਲੀ ਹੈ, ਜੇਕਰ ਉਸ ਸ਼ਬਦਾਵਲੀ ਦਾ ਤੁਸੀਂ ਕਿਤੇ ਨਾ ਕਿਤੇ ਥੋੜਾ ਸੂਖਮਤਾ ਦੇ ਨਾਲ ਅਧਿਐਨ ਕਰਦੇ ਹੋ ਤਾਂ ਇੰਜ ਲੱਗਦਾ ਹੈ ਕਿ ਮੈਂ ਕੋਈ ਗਲਤੀ ਨਹੀਂ ਕੀਤੀ, ਪਰ ਚਲੋ ਫੇਰ ਵੀ ਜੇ ਉਹਦੇ ਬਾਵਜੂਦ ਕਿਸੇ ਦੇ ਹਿਰਦੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮਾਫੀ ਮੰਗਦਾ। ਹੁਣ ਮੈਂ ਤੈਨੂੰ ਇੱਕ ਹੋਰ ਗੱਲ ਵੀ ਦੱਸਦਾ। ਕਿਸਾਨ ਮੋਰਚੇ ਦੇ ਦੌਰਾਨ ਜਦੋਂ ਇਹ ਦਿੱਲੀ ਆਇਆ ਤਾਂ ਉਦੋਂ ਇਸ ਨੇ ਕੁਝ ਵੀਰਾਂ ਦੇ ਨਾਲ ਸੰਪਰਕ ਕੀਤਾ ਕਿ ਮੈਂ ਇੱਥੇ ਆਉਣਾ ਚਾਹੁੰਦਾ, ਜਿਨ੍ਹਾਂ ਦਾ ਸੰਬੰਧ ਇਸੇ ਖੇਤਰ ਦੇ ਨਾਲ ਸੀ। ਉਹਨਾਂ ਨੇ ਮੇਰੇ ਤੋਂ ਵੀ ਪੁੱਛਿਆ, ਸੰਪਰਕ ਵੀ ਕੀਤਾ, ਤਾਂ ਉਦੋਂ ਵੀ ਇਹੀ ਗੱਲ ਚੱਲੀ ਕਿ ਜਨਤਕ ਤੌਰ ਤੇ ਮਾਫੀ ਮੰਗ ਲਵੇ ਤੇ ਜੇਕਰ ਇਹ ਮਾਫੀ ਮੰਗ ਲਵੇ ਤਾਂ ਅਸੀਂ ਜਿਹੜੀ ਕੈਨੇਡਾ ਵਾਲੀ ਸੰਗਤ ਹੈ ਚਰਨਜੀਤ ਹੁਣੀ ਉਹਨਾਂ ਦੇ ਨਾਲ ਵੀ ਗੱਲ ਤੋਰਨ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਉਹਨੇ ਮਾਫੀ ਮੰਗ ਲਈ ਤੇ ਚਲੋ ਜੇਕਰ ਕੋਈ ਜਨਤਕ ਤੌਰ ਤੇ ਮਾਫੀ ਮੰਗਦਾ ਹੈ ਤੇ ਮਾਫ ਕਰ ਦਿੱਤਾ ਜਾਵੇ। ਪਰ ਉਦੋਂ ਵੀ ਇਹਨੇ ਕੋਈ ਕਿਸੇ ਤਰ੍ਹਾਂ ਦੇ ਰੂਪ 'ਚ ਕੋਈ ਮਾਫੀ ਨਹੀਂ ਮੰਗੀ। ਹੋਇਆ ਕੀ ਕਿ ਜਦੋਂ ਇਹ ਕਿਸਾਨ ਮੋਰਚੇ ਦੇ ਵਿੱਚ ਆਇਆ ਉੱਥੇ ਵੀ ਨੌਜਵਾਨਾਂ ਨੇ ਇਸ ਦਾ ਵਿਰੋਧ ਕੀਤਾ, ਇਸ ਨੂੰ ਨਾ ਬੋਲਣ ਦਿੱਤਾ। ਸੋ ਮੈਨੂੰ ਇੰਝ ਲੱਗਦਾ ਹੈ ਕਿ ਬਾਰ-ਬਾਰ ਇਹਦੇ ਵੱਲੋਂ ਜਦੋਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾਂਦਾ ਹੈ ਤੇ ਉਹਦੇ ਤੋਂ ਬਾਅਦ ਇਹਦਾ ਜਿਹੜਾ ਰਿਐਕਸ਼ਨ ਹੁੰਦਾ, ਪ੍ਰਤੀਕਰਮ ਹੁੰਦਾ ਹੈ ਨਾ, ਉਹ ਕਿਸੇ ਨਾ ਕਿਸੇ ਗਾਣੇ ਦੇ ਵਿੱਚ ਸਗੋਂ ਜਾਣ ਬੁੱਝ ਕੇ ਉਕਸਾਉਣ ਵਾਲਾ ਹੁੰਦਾ ਹੈ।
ਜਿਹਦੇ ਕਰਕੇ ਜੀ ਮੈਨੂੰ ਲੱਗਦਾ ਹੈ ਕਿ ਇਹਦੀਆਂ ਬਾਰ-ਬਾਰ ਦੁਹਰਾਈਆਂ ਜਾ ਰਹੀਆਂ ਇੰਨੀਆਂ ਗਲਤੀਆਂ ਤੋਂ ਬਾਅਦ ਹੁਣ ਜਿਹੜੀ ਸਿੱਖ ਮਾਨਸਿਕਤਾ ਦੇ ਵਿੱਚ ਇੱਕ ਖਾਸ ਇਹਦੇ ਪ੍ਰਤੀ ਇੱਕ ਨਫ਼ਰਤ ਜਨਮ ਲੈ ਚੁੱਕੀ ਹੈ, ਤਾਂ ਹੁਣ ਉਹ ਇਹਦੀ ਮਾਫੀ ਨੂੰ ਇੰਨੇ ਹਲਕੇ ਰੂਪ 'ਚ ਸਵੀਕਾਰ ਨਹੀਂ ਕਰਨਗੇ। ਜੀ ਜੀ ਬਿਲਕੁਲ। ਸੋ ਕਿਸ ਤਰੀਕੇ ਨਾਲ ਫਿਰ ਸਵੀਕਾਰ ਕੀਤਾ ਜਾਊਗਾ? ਜਿਵੇਂ ਹੁਣ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ, ਨਕੋਦਰ ਦੇ ਵਿੱਚ ਅੱਜ ਸਿੱਖ ਸੰਗਤ ਪਹੁੰਚ ਗਈ ਹੈ, ਜਿੱਥੇ ਇਹਨਾਂ ਦਾ ਡੇਰਾ ਹੈਗਾ ਆ, ਜਿਹੜਾ ਕਿ ਸੂਫੀਆਂ ਦਾ ਡੇਰਾ ਕਿਹਾ ਜਾਂਦਾ ਇਹਨਾਂ ਦੇ ਵੱਲੋਂ, ਤੇ ਉੱਥੇ ਥਾਣੇ ਦੇ ਬਾਹਰ ਸੰਗਤ ਧਰਨਾ ਲਾ ਕੇ ਬੈਠੀ ਹੈ ਕਿ ਹੁਣ ਅਸੀਂ ਨਹੀਂ ਚਾਹੁੰਦੇ ਕਿ ਇਹ ਦੁਹਰਾਇਆ ਜਾਵੇ। ਜੇ ਹੁਣ ਗੁਰਦਾਸ ਮਾਨ ਨੇ 2 ਸ਼ਬਦ ਮਾਫੀ ਦੇ ਬੋਲੇ ਨੇ ਤਾਂ ਅਸੀਂ ਮਾਫ ਨਹੀਂ ਕਰਾਂਗੇ, ਗ੍ਰਿਫਤਾਰੀ ਤੋਂ ਘੱਟ ਕੁਝ ਵੀ ਨਹੀਂ ਹੈ, ਪਰਚਾ ਦਰਜ ਕਰੋ। ਕੀ ਇਹ ਮੰਗ ਜਾਇਜ਼ ਹੈ? ਗ੍ਰਿਫਤਾਰੀ ਦੇ ਨਾਲ ਮਸਲਾ ਹੱਲ ਹੋ ਜਾਵੇ? ਵੇਖੋ ਇਹ ਜਾਇਜ਼, ਵੇਖੋ ਜੇ ਤਾਂ ਇਹ ਪਹਿਲੀ ਵਾਰੀ ਗਲਤੀ ਹੁੰਦੀ, ਮੰਨ ਲਓ ਜਿਹੜੀ ਗਲਤੀ ਪੰਜਾਬੀ ਮਾਂ ਬੋਲੀ ਦੇ ਸਬੰਧ ਦੇ ਵਿੱਚ ਹੋਈ ਸੀ, ਜੇਕਰ ਉਦੋਂ ਹੀ ਗੰਭੀਰਤਾ ਦੇ ਨਾਲ ਤੇ ਬੜੇ ਸੰਜੀਦਗੀ ਭਰੇ ਸ਼ਬਦਾਂ ਦੇ ਚ ਮਾਫੀ ਮੰਗ ਲਈ ਜਾਂਦੀ ਤੇ ਮੇਰੇ ਖਿਆਲ ਦੇ ਨਾਲ ਉਸ ਤੋਂ ਬਾਅਦ ਸਿੱਖਾਂ ਨੇ ਮਾਫ ਵੀ ਕਰ ਦੇਣਾ ਸੀ। ਭਾਵੇਂ ਕਿ ਜੇਕਰ ਤੁਸੀਂ ਪਿਛੋਕੜ ਦੇ ਵਿੱਚ ਜਾਂਦੇ ਹੋ ਤੇ ਜਿਹੜੀ ਇਹਦੀ ਗਾਇਕੀ ਹੈ ਉਹਨੇ ਕਿਤੇ ਨਾ ਕਿਤੇ ਜਿਹੜੀਆਂ ਧਾਰਮਿਕ ਦਾਇਰੇ ਹੁੰਦੇ ਨੇ ਉਹਦੇ ਉੱਪਰ ਹਮਲਾਵਰ ਰੁਖ ਜ਼ਰੂਰ ਅਪਣਾਇਆ। ਇਹ ਗੱਲ ਵੱਖਰੀ ਹੈ ਕਿ ਜਿੰਨਾ ਸਮਿਆਂ ਦੇ ਵਿੱਚ ਇਹਨੇ ਗਾਇਕੀ ਸ਼ੁਰੂ ਕੀਤੀ ਉਦੋਂ ਜਿਹੜਾ ਪੰਜਾਬ ਦੀ ਇੱਕ ਧਿਰ ਆ ਉਹ ਆਪਣੇ ਸੰਘਰਸ਼ ਦੇ ਵਿੱਚ ਸੀ ਤੇ ਉਹਨਾਂ ਦੇ ਵਾਸਤੇ ਜਿਹੜਾ ਕਹਿ ਸਕਦੇ ਹੋ ਕਿ ਮੁੱਖ ਜਿਹੜਾ ਨਿਸ਼ਾਨਾ ਸੀ ਉਹ ਸੀ ਕਿ ਜੇ ਗਾਇਕੀ ਦੇ ਵਿੱਚ 2 ਅਰਥੇ ਸਵਾਦ ਜਾਂ ਅਸ਼ਲੀਲਤਾ ਆਉਂਦੀ ਹੈ ਤਾਂ ਉਹਦੇ ਪ੍ਰਤੀ ਪਹਿਲਾਂ ਜਿਹੜਾ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਤੇ ਜਿਸ ਤਰ੍ਹਾਂ ਦੀ ਇਹਦੀ ਸ਼ਬਦਾਵਲੀ ਆਈ, ਬੇਸ਼ੱਕ ਕਿਤੇ ਨਾ ਕਿਤੇ ਭਾਵੇਂ ਉਹਦੇ 'ਚ ਇਹ ਗੱਲ ਆਉਂਦੀ ਸੀ ਕੋਈ ਗੁਰਦੁਆਰੇ ਮਿਲਦਾ, ਕੋਈ ਮੰਦਿਰ ਮਸਜਿਦ ਮਿਲਦਾ, ਪਰ ਆ ਜਾ ਕੇ ਕਿਤੇ ਨਾ ਕਿਤੇ ਕਿਸੇ ਵੀ ਧਰਮ ਦੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹਦੇ ਉੱਪਰ ਸ਼ਬਦੀ ਹਮਲਾ ਜ਼ਰੂਰ ਸੀ। ਪਰ ਫਿਰ ਵੀ ਜਿਹੜੀ ਉਸ ਵੇਲੇ ਦੀ ਜਿਹੜਾ ਗੰਭੀਰ ਚਿੰਤਕ ਵਰਗ ਸੀ ਉਹਨੇ ਤਾਂ ਉਦੋਂ ਵੀ, ਮੈਨੂੰ ਪਤਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਤਕਰੀਬਨ 1986 ਦੇ ਵਿੱਚ ਮੈਂ ਇੱਕ ਆਰਟੀਕਲ ਪੜ੍ਹਿਆ ਸੀਗਾ ਕਿ ਜਿਹੜੇ ਗਾਇਕਾਂ ਦੇ ਵੱਲੋਂ ਵਰਤੇ ਜਾ ਰਹੇ 2 ਅਰਥੇ ਸਮਾਦ, ਅਸ਼ਲੀਲਤਾ ਤੇ ਧਰਮ ਦੀਆਂ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣਾ ਹੈ, ਇਹ ਕਿਸੇ ਨਾ ਕਿਸੇ ਸਮੇਂ ਜਿਹੜੀ ਖਾਸ ਕਰਕੇ ਇੱਕ ਘੱਟ ਗਿਣਤੀ ਕੌਮੀਅਤ ਜਾਂ ਇੱਕ ਖਿੱਤੇ 'ਚ ਵਸ ਰਹੇ ਲੋਕਾਂ ਦੇ ਵਾਸਤੇ ਜਿਹੜਾ ਇਹ ਖਤਰਾ ਸਾਬਤ ਹੋਵੇਗੀ। ਸੋ ਉਹ ਅੱਜ ਮਹਿਸੂਸ ਹੋ ਰਿਹਾ ਹੈ ਕਿ ਜਦੋਂ ਉਸ ਤਰ੍ਹਾਂ ਦੇ ਜਿਹੜੇ ਗੀਤ ਆਏ ਤਾਂ ਉਹਦੇ ਤੋਂ ਬਾਅਦ ਸਾਡਾ ਪ੍ਰਤੀਕਰਮ ਇੰਨਾ ਗੰਭੀਰਤਾ ਵਾਲਾ ਨਹੀਂ ਸੀ। ਉਹਦੇ ਤੋਂ ਬਾਅਦ ਜਦੋਂ ਤਸਵੀਰਾਂ ਆਈਆਂ ਜਿਹਦੇ ਵਿੱਚ ਇਹ ਕਈ ਡੇਰੇਦਾਰਾਂ ਦੇ ਪੈਰਾਂ ਦੇ ਵਿੱਚ ਬੈਠਾ ਸੀ, ਜਾਂ ਫਿਰ ਜਦੋਂ ਸਿੱਧੀ ਵਿਰੋਧਤਾ ਸਿੱਖਾਂ ਦੀ ਝੂਠੇ ਸੌਦੇ ਵਾਲੇ ਡੇਰੇਦਾਰ ਸਾਧ ਨਾਲ ਬਣੀ ਹੋਈ ਸੀ, ਤਾਂ ਉਦੋਂ ਇਹਦੀ ਨੇੜਤਾ ਜਾਂ ਇਹਦੇ ਪਰਿਵਾਰਾਂ ਦੀਆਂ ਲੌਕਟ ਵਾਲੀਆਂ ਫੋਟੋਆਂ ਸਾਹਮਣੇ ਆਈਆਂ ਤਾਂ ਸਿੱਖ ਮਾਨਸਿਕਤਾ ਦੇ ਵਿੱਚ ਉਦੋਂ ਵੀ ਕਿਤੇ ਨਾ ਕਿਤੇ ਇੱਕ ਵਿਦਰੋਹ ਜਾਂ ਇੱਕ ਵਿਰੋਧ ਪੈਦਾ ਹੋਇਆ। ਪਰ ਉਹਦੇ ਸਾਰੇ ਦੇ ਬਾਵਜੂਦ ਵੀ ਜਦੋਂ ਕਹਿ ਸਕਦੇ ਹੋ ਕਿ ਇਹਨੇ ਉਹਦਾ ਜਿਹੜਾ ਪ੍ਰਤੀਕਰਮ ਸੀ ਉਹ ਆਪਣੇ ਗੀਤਾਂ ਦੇ ਵਿੱਚ ਇਹ ਨਹੀਂ ਦਿੱਤਾ ਕਿ ਗਲਤੀ ਹੋਈ ਤੇ ਮਾਫ ਕਰ ਦਿੱਤਾ ਜਾਵੇ, ਸਗੋਂ ਇਹਨੇ ਉਹਦਾ ਪ੍ਰਤੀਕਰਮ ਇਹ ਦਿੱਤਾ ਕਿ ਮੇਰੀ ਜਿੱਥੇ ਲੱਗੀ ਆ ਲੱਗੀ ਰਹਿਣ ਦੇ, ਕਿ ਜੇ ਤੁਹਾਡਾ 13 ਹੈ ਤੇ ਮੇਰਾ 13 ਦਾ 26 ਰਹਿਣ ਦੇ। ਸੋ ਅੱਜ ਦਾ ਜਿਹੜਾ ਨੌਜਵਾਨ ਵਰਗ ਹੈ ਉਹ ਇੰਨਾ ਅਚੇਤ ਨਹੀਂ ਹੈਗਾ ਕਿ ਉਹਦੇ ਉੱਪਰ ਸ਼ਬਦੀ ਹਮਲਾ ਤੁਸੀਂ ਬੜਾ ਸੂਖਮ ਰੂਪ ਚ ਕਰਦੇ ਹੋ, ਸਿੱਧੇ ਰੂਪ ਚ ਕਰਦੇ ਹੋ ਤੇ ਉਹਨੂੰ ਸਮਝ ਨਾ ਆ ਸਕੇ ਕਿ ਗੱਲ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਕਿ ਕਹਿਣਾ ਧੀ ਨੂੰ ਤੇ ਸਮਝਾਉਣਾ ਨੌ ਨੂੰ। ਸੋ ਨੌਜਵਾਨ ਅੱਜ ਕੱਲ ਉਵੇਂ ਦਾ ਨਹੀਂ ਰਿਹਾ ਕਿ ਤੁਸੀਂ 13 ਤਾਂ 26 ਦੀ ਗੱਲ ਕਰੋਗੇ ਤੇ ਸਿੱਖ ਮਾਨਸਿਕਤਾ ਦੇ ਵਿੱਚ ਖਾਸ ਕਰਕੇ ਜਿਹੜਾ ਅੱਜ ਜਾਗਰੂਕ ਵਰਗ ਹੈ ਉਹਦੇ ਦਿਮਾਗ ਦੇ ਵਿੱਚ ਤਾਂ ਉਸੇ ਵੇਲੇ ਆ ਜਾਂਦਾ ਹੈ ਕਿ ਕਿਤੇ ਨਾ ਕਿਤੇ ਜਦੋਂ 13 ਦੀ ਗੱਲ ਹੁੰਦੀ ਹੈ ਤਾਂ ਸਾਡੀ ਧਾਰਮਿਕ ਵਿਚਾਰਧਾਰਾ ਦੇ ਨਾਲ ਗੁਰੂ ਨਾਨਕ ਸਾਹਿਬ ਨਾਲ ਜੁੜੇ ਸ਼ਬਦ ਨੂੰ ਕਿਸੇ ਹੋਰ ਰੂਪ ਦੇ ਵਿੱਚ ਪੇਸ਼ਕਾਰੀ ਕੀਤੀ ਜਾ ਰਹੀ ਹੈ। ਸੋ ਇਹਦੇ ਜਿਹੜੇ ਸ਼ਬਦੀ ਹਮਲੇ ਸੀ ਉਹ ਬਾਰ-ਬਾਰ ਹੁੰਦੇ ਰਹੇ, ਉਹਦੇ ਕਰਕੇ ਹੁਣ ਜਿਹੜਾ ਹਮਲਾ ਹੋਇਆ, ਬੇਸ਼ੱਕ ਉਹਦੀ ਗੱਲ ਅਸੀਂ ਅੱਗੇ ਕਰਦੇ ਹਾਂ, ਉਸ ਹਮਲੇ ਤੋਂ ਬਾਅਦ ਹੁਣ ਮੈਨੂੰ ਇੰਝ ਲੱਗਦਾ ਹੈ ਕਿ ਜਿਹੜੀ ਸਿੱਖ ਨੌਜਵਾਨਾਂ ਦਾ ਰਿਐਕਸ਼ਨ, ਉਹਨਾਂ ਦੀ ਪ੍ਰਤੀਕਿਰਿਆ ਉਹ ਬਿਲਕੁਲ ਜਾਇਜ਼ ਹੈ ਕਿ ਇਹ ਤਾਂ ਬਹੁਤ ਵਾਰੀ ਇਹ ਦੁਹਰਾ ਹੋ ਚੁੱਕਾ ਹੈ ਕਿ ਬੰਦਾ ਗਲਤੀ ਕਰਦਾ ਹੈ ਮੁੜ ਕੇ ਸੋਸ਼ਲ ਮੀਡੀਆ ਦੇ ਉੱਪਰ ਕਹਿ ਦਿੰਦਾ ਹੈ ਜੇ ਤੁਹਾਨੂੰ ਮੇਰੀ ਗੱਲ ਇਤਰਾਜ਼ਯੋਗ ਲੱਗੀ ਹੈ ਤਾਂ ਮਾਫੀ। ਫਿਰ ਇਹ ਤਾਂ ਪਹਿਲਾਂ ਹਰ ਲੇਖ ਤੋਂ ਪਹਿਲਾਂ ਵੀ ਲਿਖਿਆ ਜਾਂਦਾ ਹੈ, ਇਹ ਤਾਂ ਟੀਵੀ ਚੈਨਲ ਤੋਂ ਵੀ ਪਹਿਲਾਂ ਲਿਖਿਆ ਜਾਂਦਾ ਹੈ ਕਿ ਜਿਹੜਾ ਬੁਲਾਰਾ ਅਸੀਂ ਉਹਦੇ ਬੋਲਾਂ ਨਾਲ ਸਹਿਮਤ ਨਹੀਂ ਹੈਗੇ। ਇਹ ਤੇ ਫਿਲਮਾਂ ਦੇ ਵਿੱਚ ਵੀ ਪਹਿਲਾਂ ਲਿਖਿਆ ਜਾਂਦਾ ਕਿ ਬਹੁਤ ਕੁਝ ਫਟੀਸ਼ੀਅਸ ਹੋ ਸਕਦਾ ਹੈ, ਇਹ ਬੇਸਡ ਔਨ ਟਰੂ ਸਟੋਰੀ ਹੋ ਸਕਦਾ ਪਰ ਟਰੂ ਸਟੋਰੀ ਨਹੀਂ ਹੈਗਾ। ਸੋ ਇਹੋ ਜਿਹੇ ਲਿਪੇ ਪੋਚੇ ਸ਼ਬਦਾਂ ਦੇ ਵਿੱਚ ਕਹਿ ਦੇਣਾ ਕਿ ਮੈਂ ਆਹ ਗੱਲ ਕਹੀ ਆ ਪਰ ਜੇ ਕਿਸੇ ਨੂੰ ਇਤਰਾਜ਼ ਹੈ ਤੇ ਮੈਂ ਮਾਫੀ ਮੰਗਦਾ, ਸੋ ਉਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਨੌਜਵਾਨਾਂ ਦੀ ਮੰਗ ਜਾਇਜ਼ ਹੈ। ਜੀ ਜੀ, ਤੇ ਕੀ ਲੱਗਦਾ ਤੁਹਾਨੂੰ ਜੋ ਗੁਰਦਾਸ ਮਾਨ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈਗਾ ਪੂਰਾ ਮਤਲਬ ਸਟੇਜ ਦੇ ਉੱਤੇ ਇੰਨੇ ਭਰੇ ਇਕੱਠ ਦੇ ਵਿੱਚ ਇਹ ਜਿਹੜੀ ਗੱਲ ਕਹੀ ਗਈ ਹੈ ਜਿਹੜੀ ਸਿੱਖ ਕੌਮ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ,
ਅਣਜਾਣੇ ਵਿੱਚ ਸਾਨੂੰ ਲੱਗਦਾ ਹੈ ਕਹੀ ਗਈ ਹੋਊਗੀ, ਜਾਂ ਫਿਰ ਕੋਈ ਜਿਹੜੀ ਪਿਛਲੀ, ਜਿਵੇਂ ਤੁਸੀਂ ਪਿਛਲੇ ਗੱਲ ਕੀਤੀ ਹੈ, ਖਾੜਕੂਵਾਦ ਦੇ ਦੌਰ ਦੀ ਗੱਲ ਕੀਤੀ ਹੈ, ਉਸ ਦੌਰ ਦੀ, ਉਦੋਂ ਤੋਂ ਲੈ ਕੇ ਹੁਣ ਤੱਕ ਇਹ ਬਣੀ ਆ ਰਹੀ ਸੋਚ ਹੈ, ਉਸੇ ਦਾ ਇੱਕ ਹਿੱਸਾ ਹੈ? ਕੀ ਲੱਗਦਾ ਤੁਹਾਨੂੰ ਵੀ ਬਿਆਨ ਕਿਉਂ ਦਿੱਤਾ ਗਿਆ ਹੋਏਗਾ? ਵੇਖੋ, ਇੱਕ ਗੱਲ ਤਾਂ ਬੜਾ ਸਪਸ਼ਟ ਹੈ ਕਿ ਜਦੋਂ ਅਸੀਂ ਕਿਸੇ ਵੀ ਅੱਜ ਦੇ ਵਰਤਮਾਨ ਚ ਵਾਪਰ ਰਹੇ ਕਿਸੇ ਵਰਤਾਰੇ ਨੂੰ ਵੇਖਦੇ ਹਾਂ ਤੇ ਅਸੀਂ ਉਸ ਅਤੀਤ ਦੇ ਨਾਲ ਜ਼ਰੂਰ ਜੋੜਦੇ ਹਾਂ ਕਿ ਇਹਦੇ ਪਿੱਛੇ ਪਿਛੋਕੜ ਕੀ ਹੈ। ਜਦੋਂ ਜੀ ਅਸੀਂ ਜੀ ਪਿਛੋਕੜ ਦੇ ਨਾਲ ਜੁੜ ਕੇ ਵੇਖਦੇ ਹਾਂ ਤੇ ਹੁਣ ਤੱਕ ਇਹਦੇ ਵੱਲੋਂ ਗਾਇਕੀ ਦੇ ਵਿੱਚ ਜਿੰਨੇ ਵੀ ਕਿਸੇ ਨੈਤਿਕ ਜਾਂ ਧਾਰਮਿਕ ਕਦਰਾਂ ਕੀਮਤਾਂ ਦੇ ਹਮਲੇ ਹੋਏ ਨੇ, ਉਹਦੇ ਤੋਂ ਜੀ ਬਾਅਦ ਗਾਇਕੀ ਦੇ ਵਿੱਚ ਇਹਦੀ ਜਿਹੜੀ ਪ੍ਰਤੀਕਿਰਿਆ ਹਮੇਸ਼ਾ ਹਮਲਾਵਰ ਰਹੀ ਹੈ। ਸੋ ਇਸ ਕਰਕੇ ਹੁਣ ਇਹ ਅੱਜ ਦਾ ਤਾਂ ਉਸ ਡੇਰੇ ਦੇ ਵਿੱਚ ਗਾ ਨਹੀਂ ਰਿਹਾ, ਜਾਂ ਉਦੋਂ ਅੱਜ ਇਹਨੇ ਨਵੇਂ ਅਖਾੜੇ ਤੇ ਸ਼ੁਰੂ ਨਹੀਂ ਕੀਤੇ ਕਿ ਅੱਜ ਅਖਾੜੇ ਸ਼ੁਰੂ ਕੀਤੇ ਨੇ ਤੇ ਇਹਨੂੰ ਅੱਜ ਜਿਹੜਾ ਪਤਾ ਲੱਗਾ ਹੈ ਕਿ ਜਿਹੜਾ ਇਹ ਤੋਂ ਪਹਿਲਾਂ ਸੀਗਾ ਆਪਣਾ ਮੁਰਾਦ ਸ਼ਾਹ, ਉਹ ਭੱਲੇ ਹਾਂਜੀ ਪਰਿਵਾਰ ਦੇ ਵਿੱਚੋਂ ਸੀਗਾ ਤੇ ਉਹਦਾ ਨਾਮ ਜਿਹੜਾ ਸੀ ਵਿਦਿਆ ਸਾਗਰ ਭੱਲਾ ਸੀ, ਜਾਂ ਉਹਦੇ ਤੋਂ ਬਾਅਦ ਜਿਹੜਾ ਲਾਡੀ ਸ਼ਾਹ ਆਇਆ ਉਹ ਵਿਜੇ ਕੁਮਾਰ ਭੱਲਾ ਸੀ, ਕਿ ਇਹਦੇ ਵਾਸਤੇ ਇਹ ਨਵੀਂ ਗੱਲ ਨਹੀਂ ਸੀ ਕਿ ਇਹਨੂੰ ਅੱਜ ਪਤਾ ਲੱਗਾ ਹੋਵੇ ਕਿ ਉਹ ਭੱਲੇ ਪਰਿਵਾਰ ਦੇ ਵਿੱਚੋਂ। ਮੇਰੇ ਖਿਆਲ ਦੇ ਨਾਲ ਪਹਿਲਾਂ ਹੀ ਜਦੋਂ ਇਹੋ ਜਿਹਾ ਆਪਣੇ ਆਪ ਨੂੰ ਸੂਫੀ ਗਾਇਕੀ ਦਾ ਦਾਅਵਾ ਕਰਨ ਵਾਲਾ ਜਦੋਂ ਕਿਸੇ ਬਤੌਰ ਮਰੀਦ ਨੂੰ ਕਿਸੇ ਨੂੰ ਮੁਰਸ਼ਿਦ ਧਾਰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਪਤਾ ਕਰਦਾ ਹੈ ਕਿ ਕਿਹੜੇ ਪਰਿਵਾਰ ਦੇ ਵਿੱਚੋਂ ਹੈ, ਕਦੋਂ ਇਸ ਗੱਦੀ ਦੇ ਵਿੱਚ ਆਇਆ, ਕਿੱਥੇ ਦਾ ਜਨਮ ਹੋਇਆ ਤੇ ਕਿਹੜੇ ਪਰਿਵਾਰ ਦੇ ਵਿੱਚੋਂ ਹੈ। ਸੋ ਜਦੋਂ ਪੂਰੀ ਤਰ੍ਹਾਂ ਦੇ ਨਾਲ ਪੰਜਾਬੀਅਤ ਦੇ ਮੁੱਦੇ ਦੇ ਉੱਪਰ, ਕਿਸਾਨੀ ਦੇ ਮੁੱਦੇ ਦੇ ਉੱਪਰ, ਸਿੱਖਾਂ ਸ਼ਖਸੀਅਤਾਂ ਦੇ ਪ੍ਰਤੀ ਕੀਤੀਆਂ ਟਿੱਪਣੀਆਂ ਦੇ ਮੁੱਦੇ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਇਸ ਨੂੰ ਨਕਾਰਿਆ ਜਾ ਚੁੱਕਾ ਸੀ, ਤੇ ਉਸ ਮੌਕੇ ਦੇ ਉੱਪਰ ਆ ਕੇ ਜਾਣਬੁੱਝ ਕੇ ਇਸ ਗੱਲ ਨੂੰ ਛੇੜਨਾ, ਇਹ ਮੈਨੂੰ ਲੱਗਦਾ ਹੈ ਕਿ ਇਹ ਕੋਈ ਅਚਨਚੇਤੀ ਵਰਤਾਰਾ ਨਹੀਂ ਹੈ, ਬਲਕਿ ਇਹਦੇ ਪਿੱਛੇ ਕਿਤੇ ਨਾ ਕਿਤੇ ਜਾਣਬੁੱਝ ਕੇ ਮੈਨੂੰ ਕਈ ਵਾਰੀ ਇੱਕ ਹੋਰ ਕਾਰਨ ਵੀ ਲੱਗਦਾ, ਜੇ ਮੈਂ ਉਹਦੇ ਬਾਰੇ ਇੱਕ ਕਿਆਸ ਰਾਈ ਹੋ ਸਕਦੀ ਹੈ ਕਿ ਉਸ ਡੇਰੇ ਨੂੰ ਮੰਨਣ ਵਾਲਾ ਵੀ ਇੱਕ ਖਾਸ ਵਰਗ ਹੈ। ਤੇ ਜੀ ਮੈਨੂੰ ਇੰਜ ਲੱਗਦਾ ਹੈ ਕਿ ਜੋ ਪੰਜਾਬ ਦੇ ਵਿੱਚ ਭਾਜਪਾ ਦੇ ਹਾਲਾਤ ਹੋ ਚੁੱਕੇ ਨੇ ਤੇ ਕਿਤੇ ਨਾ ਕਿਤੇ ਇੱਕ ਖਾਸ ਵਰਗ ਨੂੰ ਸਿੱਖਾਂ ਦੇ ਖਿਲਾਫ ਉਕਸਾ ਕੇ ਵੋਟਾਂ ਦਾ ਫਾਇਦਾ ਵੀ ਚੁੱਕਣਾ ਚਾਹੁੰਦੇ ਨੇ ਕਿ ਇੱਕ ਵੋਟਿੰਗ ਕਲਸਟਰ ਜਿਹੜਾ ਉਹ ਬਣ ਜਾਵੇ। ਸੋ ਉਹ ਮੈਨੂੰ ਲੱਗਦਾ ਹੈ ਕਿ ਜਿਹੜੀ ਦੇਹਧਾਰੀ ਡੇਰਿਆਂ ਦੇ ਰਾਹੀਂ ਵੋਟਿੰਗ ਕਲਸਟਰ ਪੈਦਾ ਕਰਨ ਦੀ ਗੱਲ ਸ਼ੁਰੂ ਹੋ ਗਈ ਹੈ ਨਾ, ਉਹਦੇ ਵਿੱਚ ਇਹੀ ਹੁੰਦਾ ਹੈ ਕਿ ਕਿਸੇ ਵੀ ਪ੍ਰਾਂਤ ਦੇ ਵਿੱਚ ਜਿਹੜੀ ਕੌਮੀਅਤ ਇੱਕ ਧਾਰਮਿਕ ਤੌਰ ਤੇ ਜੁੜੀ ਰਾਜਸੀ ਪ੍ਰਕਿਰਿਆ ਦੇ ਵਿੱਚ ਹਿੱਸਾ ਲਾਉਂਦੀ ਹੈ, ਉਹਦੇ ਵਿਰੋਧ ਦੇ ਵਿੱਚ ਡੇਰੇਦਾਰੀ ਨੂੰ ਪੈਦਾ ਕੀਤਾ ਜਾਵੇ, ਜਿਹੜਾ ਪੰਜਾਬ ਨੇ ਨਰਕਧਾਰੀ ਤੋਂ ਲਾਹਰ ਤੋਂ ਲੈ ਕੇ ਹੁਣ ਤੱਕ ਸੰਤਾਪ ਭੁਗਤਿਆ ਹੈ, ਔਰ ਹਮੇਸ਼ਾ ਉਹਦੀ ਪ੍ਰਕਿਰਿਆ ਇਸੇ ਤਰ੍ਹਾਂ ਦੀ ਰਹੀ ਹੈ। ਸੋ ਮੈਨੂੰ ਲੱਗਦਾ ਹੈ ਕਿ ਇਸ ਵਾਰੀ ਤਾਂ ਸਿੱਖ ਨੌਜਵਾਨਾਂ ਨੂੰ ਬੜਾ ਗੰਭੀਰ ਚਿੰਤਨ ਕਰਨ ਦੀ ਲੋੜ ਹੈ ਕਿ ਇਹ ਉਸ ਅਗਲੇਰੀ ਰਾਜਨੀਤੀ ਦਾ ਵੀ ਹਿੱਸਾ ਹੋ ਸਕਦਾ ਹੈ, ਜਿਹੜੀ ਰਾਜਨੀਤੀ ਕਦੀ ਨਰਕਧਾਰੀਆਂ ਦੇ ਸਮੇਂ, ਕਦੀ ਆਸ਼ੂਤੋਸ਼ ਵਾਲੇ ਦੇ ਸਮੇਂ, ਕਦੀ ਸੌਦਾ ਸਾਧ ਡੇਰੇ ਦੇ ਸਮੇਂ, ਕਦੀ ਬੱਲਾਂ ਵਾਲੇ ਡੇਰੇ ਦੇ ਸਮੇਂ, ਕਿ ਇਹ ਉਸ ਰਾਜਨੀਤੀ ਦਾ ਇੱਕ ਹਿੱਸਾ ਹੋ ਸਕਦਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਡੇਰੇਦਾਰੀ ਦੇ ਨਾਲ ਸਿੱਖਾਂ ਦੇ ਉੱਪਰ ਜਿਹੜੇ ਨੇ ਵਿਚਾਰਧਾਰਕ ਹਮਲੇ ਕੀਤੇ ਜਾਂਦੇ ਨੇ, ਖਾਸ ਕਰਕੇ ਵੋਟਾਂ ਦੀ ਆਮਦ ਤੋਂ ਪਹਿਲਾਂ। ਸੋ ਇਸ ਨੂੰ ਅਸੀਂ ਅਚਨਚੇਤੀ ਵਰਤਾਰੇ ਦੇ ਰੂਪ ਚ ਨਾ ਲਈਏ, ਇਹ ਕਿਤੇ ਨਾ ਕਿਤੇ ਇਹਦੇ ਪਿੱਛੇ ਇੱਕ ਜਿਹੜਾ ਸਾਜ਼ਿਸ਼ੀ ਅੰਸ਼ ਹੈ ਉਹਨੂੰ ਵੀ ਸਮਝਣਾ ਪਵੇਗਾ। ਜੀ ਬਿਲਕੁਲ, ਯਾਨੀ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਜੋ ਤੱਕ ਵੋਟਾਂ 2022 ਦੀਆਂ ਪੈਣੀਆਂ ਨੇ, ਤੇ ਉਦੋਂ ਤੱਕ ਤੁਹਾਡੇ ਕਹਿਣ ਦਾ ਭਾਵ ਹੈ ਕਿ ਨੌਜਵਾਨਾਂ ਨੂੰ ਬੜਾ ਸੁਚੇਤ ਹੈ ਜਿਹੜਾ ਉਹ ਰਹਿਣਾ ਪਊਗਾ। ਸੋ ਡਾਕਟਰ ਸਾਹਿਬ, ਜੇ ਆਪਾਂ ਗੱਲ ਕਰ ਲਈਏ ਮਾਨਸਿਕਤਾ ਦੇ ਉੱਤੇ ਅਸਰ ਕੀ ਪੈਂਦਾ ਹੈ, ਜਿਵੇਂ ਤੁਸੀਂ ਕਿਹਾ ਕਿ ਕਿਤੇ ਨਾ ਕਿਤੇ ਇਹ ਇੱਕ ਜਿਹੜੀ ਸਿਆਸੀ ਚਾਲ ਜਾਂ ਇੱਕ ਸਾਜ਼ਿਸ਼ ਹੈ, ਜਿਹੜਾ ਉਹ ਵਰਤਾਰਾ ਜਿਹੜਾ ਵਰਤ ਰਿਹਾ ਹੈ, ਹੋ ਸਕਦਾ ਇਹਦੇ 'ਚ ਸੰਭਾਵਨਾ ਹੈ। ਤੇ ਜਿਹੜੀ ਮਾਨਸਿਕਤਾ ਹੁੰਦੀ ਹੈ, ਲੋਕਾਂ ਦੀ ਮਾਨਸਿਕਤਾ ਦੇ ਉੱਤੇ ਅਜਿਹੇ ਬਿਆਨ ਨੇ ਜਿਹੜੇ ਉਹ ਕਿੰਨਾ ਕੁ ਅਸਰ ਕਰਦੇ ਨੇ, ਕਿਉਂਕਿ ਉੱਥੇ ਗਿਣਤੀ ਕਿੰਨੀ ਵੱਡੀ ਸੀ। ਤਾਂ ਗੁਰਦਾਸ ਮਾਨ ਨੇ ਜਿਸ ਤਰੀਕੇ ਦੇ ਨਾਲ ਪੇਸ਼ਕਾਰੀ ਦਿੱਤੀ, ਲੋਕਾਂ ਦੇ ਮਨਾਂ ਦੇ ਵਿੱਚ ਇਹ ਦਰਸਾਉਣ ਦੀ ਜਾਂ ਇਹ ਗੱਲ ਵਾੜਨ ਦੀ ਕੋਸ਼ਿਸ਼ ਕੀਤੀ ਕਿ ਗੁਰੂ ਅਮਰਦਾਸ ਪਾਤਸ਼ਾਹ ਤੇ ਜਿਹੜੇ ਇਹਨਾਂ ਦੇ ਸਾਈਂ ਹੈਗੇ ਨੇ ਉਹ ਇੱਕੋ ਹੀ ਚੀਜ਼ ਨੇ, ਇਸ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅਸਰ ਕਿੰਨਾ ਕੁ ਕਰਦੀਆਂ ਨੇ ਇਹ ਚੀਜ਼ਾਂ? ਵੇਖੋ, ਇੱਕ ਗੱਲ ਤੇ ਬੜੀ ਸਪਸ਼ਟ ਹੈ ਕਿ ਇਸ ਚੀਜ਼ ਦਾ, ਇਸ ਤਰ੍ਹਾਂ ਦਾ ਅਸਰ ਬਿਲਕੁਲ ਨਹੀਂ ਹੁੰਦਾ ਕਿ ਇੱਕਦਮ ਜਿਹੜੇ ਸਾਰੇ ਲੋਕੀ ਆ ਕਿਸੇ ਕੌਮੀਅਤ ਦੇ ਵਿਰੋਧ ਦੇ ਵਿੱਚ ਆ ਖੜੇ ਹੋਣ। ਇਸ ਤਰ੍ਹਾਂ ਦਾ ਅਸਰ ਨਹੀਂ ਹੁੰਦਾ। ਅਸਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਦੋਂ ਉਸ ਦੇ ਵੱਲੋਂ ਸਭ ਤੋਂ ਪਹਿਲੀ ਗੱਲ ਤੇ ਸੀ ਕਿ ਇਹ ਗੱਲ ਕਹਿਣਾ ਕਿ ਗੁਰੂ ਨਾਨਕ ਸਾਹਿਬ ਦੇ ਤੀਜੇ ਸਰੂਪ, ਅਸੀਂ ਗੁਰਬਾਣੀ ਦੇ ਵਿੱਚ ਤੀਜਾ ਸਰੂਪ ਨਹੀਂ ਕਹਿੰਦੇ, ਇਹ ਕਹਿੰਦੇ ਆ ਕਿ ਜਾਂ
ਚਲੋ ਖੈਰ ਇਹਨੇ ਕਹਿ ਵੀ ਦਿੱਤਾ, ਮੈਂ ਕਹਿੰਦਾ ਇਤਰਾਜ਼ ਵਾਲੀ ਗੱਲ ਨਹੀਂ। ਪਰ ਉਹਦੇ ਤੋਂ ਬਾਅਦ ਉੱਥੇ ਫਿਰ ਇਸ ਗੱਲ ਨੂੰ ਲੈ ਕੇ ਆਉਣਾ ਕਿ ਉਹ ਭੱਲੇ ਪਰਿਵਾਰ ਦੇ ਵਿੱਚੋਂ, ਫਿਰ ਉਸ ਗੱਲ ਨੂੰ ਤੀਜੇ ਥਾਂ ਤੇ ਲੈ ਕੇ ਆਉਣਾ ਕਿ ਇਹ ਜਿਹੜੇ ਮੇਰੇ ਮੁਰਸ਼ਿਦ ਸੀਗੇ, ਇੱਕ ਜਿਹੜਾ ਕੇਦਾਰ ਵਿਦਿਆ ਸਾਗਰ ਭੱਲਾ ਤੇ ਵਿਜੇ ਸਾਗਰ ਭੱਲਾ, ਜਿਹੜੇ ਇਹ ਮੇਰੇ ਜਿਹੜੇ ਮੁਰਸ਼ਿਦ ਸੀਗੇ ਇਹ ਉਸੇ ਬੰਸਾਵਲੀ ਦੇ ਵਿੱਚੋਂ ਆ। ਸੋ ਪਹਿਲੀ ਗੱਲ ਤੇ ਇਹ ਹੈ, ਇਸ ਨੂੰ ਇਹ ਸਿੱਖ ਪਰਿਵਾਰ ਦੇ ਵਿੱਚ ਇਹਦਾ ਜਨਮ ਹੋਇਆ ਸੀ। ਇਸ ਨੂੰ ਇਹ ਪਤਾ ਹੋਣਾ ਚਾਹੀਦਾ ਸੀਗਾ ਵੀ ਕਿਸੇ ਵੀ ਰੂਪ ਦੇ ਵਿੱਚ ਸਿੱਖ ਧਰਮ ਦੇ ਵਿੱਚ ਜਿਹੜਾ ਬਿੰਦੀ ਸੰਤਾਨ ਨੂੰ ਕੋਈ ਖਾਸ ਅਧਿਕਾਰ ਜਾਂ ਮਾਨਤਾ ਦੇਣ ਦੀ ਕਿਸੇ ਤਰ੍ਹਾਂ ਦਾ ਕੋਈ ਵਿਧਾਨ ਨਹੀਂ ਹੈਗਾ। ਦੂਜੀ ਗੱਲ ਹੈ ਕਿ ਜਿਹੜੇ ਉੱਥੇ ਲੋਕ ਨੇ, ਉੱਥੇ ਲੋਕ ਜਿਹੜੇ ਸੁਣਨ ਵਾਸਤੇ ਆਉਂਦੇ ਨੇ ਉਹ ਕੇਵਲ ਤੇ ਕੇਵਲ ਗਾਇਕੀ ਤੱਕ ਸੀਮਤ ਹੁੰਦੇ ਨੇ। ਜਿਹੜੀ ਧਾਰਮਿਕ ਵਿਚਾਰਧਾਰਾ ਤੋਂ ਉਹ ਬਹੁਤ ਜ਼ਿਆਦਾ ਜਾਗਰੂਕ ਨਹੀਂ ਹੁੰਦੇ। ਤੇ ਹੁੰਦਾ ਕੀ ਹੈ ਕਿ ਜੋ ਕੁਝ ਉਹਨਾਂ ਦੇ ਮਨ ਦੇ ਵਿੱਚ ਪਾ ਦਿੱਤਾ ਜਾਂਦਾ ਉਹ ਉਸੇ ਨੂੰ ਅੰਤਮ ਸੱਚ ਸਮਝਦੇ ਨੇ, ਕਿਉਂਕਿ ਜਦੋਂ ਇਹ ਆਪਣੇ ਆਪ ਨੂੰ ਉੱਥੋਂ ਦੇ ਡੇਰਿਆਂ ਦੇ ਕਹਿ ਸਕਦੇ ਹੋ ਕਿ ਖਾਸ ਮਜ਼ਾਵਰ ਬਣਾ ਕੇ ਪੇਸ਼ ਕਰਦੇ ਨੇ ਕਿ ਹੁਣ ਗੱਦੀ ਨਸ਼ੀਨ ਅਸੀਂ ਆ, ਤਾਂ ਉਹਨਾਂ ਦੀ ਜਿਹੜੀ ਮਾਨਸਿਕਤਾ ਹੈ, ਜਿਹੜੀ ਇਹਨਾਂ ਨੂੰ ਸੁਣਨ ਵਾਲੀ ਮਾਨਸਿਕਤਾ ਹੈ, ਉਹਨਾਂ ਦੇ ਵਾਸਤੇ ਜਿਹੜੇ ਇਹਨਾਂ ਦੇ ਪ੍ਰਵਚਨ ਨੇ ਉਹ ਅਕਾਲੀ ਪ੍ਰਵਚਨ ਹੁੰਦੇ ਨੇ ਉਹਨਾਂ ਲੋਕਾਂ ਦੇ ਵਾਸਤੇ। ਸੋ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੀ ਮਾਨਸਿਕਤਾ ਜਿਹੜੀ ਹੈ ਇਸ ਗੱਲ ਤੋਂ ਜ਼ਰੂਰ ਪ੍ਰਭਾਵਿਤ ਹੁੰਦੀ ਹੈ, ਇਹਦਾ ਅਸਰ ਵੀ ਪੈਂਦਾ। ਔਰ ਅਸਰ ਅੰਦਾਜ਼ ਵੇਖੋ, ਇਹ ਲੋਕ ਆਪ ਤਾਂ ਮੈਨੂੰ ਸਰਦਾਰ ਕਪੂਰ ਸਿੰਘ ਦੀ ਗੱਲ ਯਾਦ ਆ ਜਾਂਦੀ ਹੈ ਕਿ ਲਾਲਾ ਲਾਜਪਤ ਰਾਏ ਦੀ ਸਾਜ਼ਿਸ਼ੀ ਜੀ ਮੌਤ ਤੋਂ ਬਾਅਦ ਇੱਕ ਕਾਂਗਰਸੀ ਲੀਡਰ ਸਰਲਾ ਦੇਵੀ ਪੰਜਾਬ ਦੇ ਵਿੱਚ ਆਈ ਤੇ ਇੰਨਾ ਕਹਿ ਕੇ ਚਲੀ ਗਈ ਕਿ ਪੰਜਾਬ ਦੇ ਨੌਜਵਾਨ ਨਪੁੰਸਕ ਹੋ ਚੁੱਕੇ ਨੇ, ਲਾਲਾ ਜੀ ਦਾ ਬਦਲਾ ਨਹੀਂ ਲੈ ਸਕਦੇ। ਕਹਿੰਦੇ ਆਪ ਤੇ ਉਹ ਆਪਣੇ ਬਗਲੇ ਦੇ ਵਿੱਚ ਦਿੱਲੀ ਚਲੀ ਗਈ ਤੇ ਪੰਜਾਬ ਦੇ ਨੌਜਵਾਨਾਂ ਨੇ ਜਿਹੜੇ ਅੰਗਰੇਜ਼ ਸੀ ਉਹ ਗੱਡੀ ਚਾੜ ਦਿੱਤੇ। ਸੋ ਇਹੋ ਜਿਹੇ ਜਿਹੜੇ ਲੋਕ ਨੇ ਇਹ ਮੰਚਾਂ ਦੇ ਉੱਪਰੋਂ ਇਵੇਂ ਦੀਆਂ ਭੜਕਾਹਟ ਵਾਲੀਆਂ ਗੱਲਾਂ ਕਰਕੇ ਆਪ ਤੇ ਫਲਾਈਟ ਲੈ ਕੇ ਬੰਬੇ ਜਾ ਵੜਦੇ ਨੇ। ਪਰ ਜਿਸ ਤਰ੍ਹਾਂ ਹੁਣ ਸਾਡੇ ਸਿੱਖ ਨੌਜਵਾਨ ਉੱਥੇ ਬਾਹਰ ਬੈਠੇ ਨੇ, ਅੰਦਰੋਂ ਡੇਰੇ ਵਾਲਿਆਂ ਵੱਲੋਂ ਸੋਸ਼ਲ ਮੀਡੀਆ 'ਚ ਅਪੀਲਾਂ ਆ ਰਹੀਆਂ ਨੇ, ਜੀ ਹੁਣ ਅਸੀਂ ਡੇਰੇ ਦੀ ਰੱਖਿਆ ਕਰਨੀ ਆ, ਹੁਣ ਸਾਡੇ ਤੇ ਕੋਈ ਚੜ੍ਹ ਕੇ ਆ ਗਿਆ ਤਾਂ ਅਸੀਂ ਉਹਦਾ ਵਿਰੋਧ ਕਰਨਾ ਹੈ। ਤੇ ਸਮੁੱਚੇ ਰੂਪ ਦੇ ਵਿੱਚ ਉਹ ਅਸਰ ਹੀ ਹੈ ਜਿਹੜਾ ਉੱਥੇ ਸਿੱਖ ਨੌਜਵਾਨੀ ਦਾ ਵਿਰੋਧ ਕਰਨ ਦੇ ਵਾਸਤੇ ਸੋਸ਼ਲ ਮੀਡੀਆ 'ਚ ਭੜਕਾਇਆ ਜਾ ਰਿਹਾ ਹੈ, ਉਹੀ ਇਹਨਾਂ ਦਾ ਅਸਰ ਹੁੰਦਾ ਹੈ ਤੇ ਉਸੇ ਵਿੱਚ ਹੀ ਲੋਕ ਕਾਮਯਾਬ ਰਹਿੰਦੇ ਨੇ। ਜੀ ਜੀ, ਬਿਲਕੁਲ ਬਿਲਕੁਲ। ਸੋ ਡਾਕਟਰ ਸਾਹਿਬ ਤੁਸੀਂ ਵੰਸ਼ ਦੀ ਕੁੱਲ ਦੀ ਗੱਲ ਕੀਤੀ ਹੈ ਹੁਣੇ, ਹਾਲਾਂਕਿ ਥੋੜਾ ਜਿਹਾ ਤੁਸੀਂ ਦੱਸਿਆ ਵੀ ਹੈਗਾ, ਪਰ ਜੇ ਅੱਜ ਆਪਾਂ ਦੇਖ ਲਈਏ ਅੱਜ ਦਾ ਕੌੜਾ ਸੱਚ ਹੈ ਕਿ ਜ਼ਿਆਦਾਤਰ ਸਿੱਖ ਨੇ ਜਿਹੜੇ ਕੁੱਲ ਵੰਸ਼ ਜਾਤ ਨੂੰ ਬਹੁਤ ਮੰਨਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਕੌੜਾ ਸੱਚ ਹੈ। ਪਰ ਜਦੋਂ ਗੁਰੂ ਸਾਹਿਬਾਨਾਂ ਦੀ ਗੱਲ ਆਉਂਦੀ ਹੈ ਤਾਂ ਜ਼ਰੂਰ ਸਿੱਖ ਨੇ ਜਿਹੜੇ ਉਹ ਇਕੱਠੇ ਹੋ ਜਾਂਦੇ ਨੇ ਕਿ ਇਹ ਸਾਡੇ ਸਿਧਾਂਤਾਂ ਦੇ ਖਿਲਾਫ ਹੈ। ਸਿੱਖੀ ਦੇ ਵਿੱਚ ਵੰਸ਼ ਦਾ ਕਿੰਨਾ ਕੁ ਆਧਾਰ ਹੈ, ਥੋੜਾ ਜਿਹਾ ਤੁਸੀਂ ਜਿਹੜਾ ਹਿਸਟੋਰੀਕਲ ਪੱਖ ਤੋਂ ਦਰਸ਼ਕਾਂ ਨੂੰ ਸਮਝਾਓਗੇ? ਪਹਿਲੀ ਗੱਲ ਤੇ ਜੇ ਕਹਿ ਲਵੋ ਤੇ ਬਿਲਕੁਲ ਆਧਾਰ ਨਹੀਂ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣੇ ਜਿਉਂਦੇ ਜੀ ਲਹਿਣਾ ਜੀ ਨੂੰ ਅੰਗਦ ਬਣਾ ਦਿੱਤਾ ਤੇ ਜਿਹੜੀ ਮੋਹਰ ਭਾਈ ਗੁਰਦਾਸ ਜੀ ਨੇ ਉਹ ਸਾਰੇ ਵਰਤਾਰੇ ਦੇ ਉੱਪਰ ਇਤਿਹਾਸਕ ਤੌਰ ਦੇ ਉੱਪਰ ਲਾ ਦਿੱਤੀ ਹੈ ਨਾ, ਉਹ ਹੈ ਥਾਪਿਆ ਲਹਿਣਾ ਜੀਵਦੇ ਗੁਰ ਆਈ ਸਿਰ ਛਤਰ ਫਿਰਾਇਆ, ਕਿ ਆਪਣੇ ਜੀਂਦੇ ਜੀ। ਜਿਉਂਦੇ ਜੀ ਦਾ ਭਾਵ ਹੀ ਇਹ ਕਿ ਬਾਅਦ ਦੇ ਵਿੱਚ ਝਗੜੇ ਦੀ ਕੋਈ ਸੰਭਾਵਨਾ ਹੀ ਨਾ ਰਹਿ ਜਾਵੇ ਕਿ ਨਹੀਂ ਜੀ ਗੁਰਗੱਦੀ ਦਾ ਅਧਿਕਾਰੀ ਤਾਂ ਇਹ ਸੀਗਾ, ਪੁੱਤਰ ਸੀ, ਵੱਡਾ ਪੁੱਤਰ ਸੀ, ਛੋਟਾ ਪੁੱਤਰ ਸੀ। ਇਸੇ ਤਰ੍ਹਾਂ ਜਦੋਂ ਤੁਸੀਂ ਸਿੱਖ ਧਰਮ ਦੇ ਵਿੱਚ ਵੇਖਦੇ ਹੋ ਤੇ ਬੇਸ਼ੱਕ ਕਿ ਅੱਗੇ ਗੁਰੂ ਘਰ ਦੇ ਵਿੱਚ ਪੁੱਤਰਾਂ ਨੂੰ ਗੁਰਤਾ ਗੱਦੀ ਦੇ ਉੱਪਰ ਵੀ ਜਿਸ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਤੋਂ ਬਾਅਦ ਗੁਰੂ ਅਰਜਨ ਸਾਹਿਬ ਦੀ ਗੱਲ ਆਉਂਦੀ ਹੈ ਤੇ ਉਹਦੇ ਵਿੱਚ ਵੀ ਯੋਗਤਾ ਵੇਖੀ ਗਈ ਹੈ। ਸੋ ਕਿਤੇ ਵੀ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬਾਨ ਨੇ ਗੁਰਤਾ ਗੱਦੀ ਦੇ ਅਧਿਕਾਰੀ ਦੀ ਚੋਣ ਦੇ ਸਮੇਂ ਇਹ ਨਹੀਂ ਵੇਖਿਆ ਕਿ ਇਹ ਛੋਟਾ ਪੁੱਤਰ ਹੈ ਜਾਂ ਇਹਦੇ ਨਾਲ ਕੋਈ ਪਰਿਵਾਰਕ ਰਿਸ਼ਤਾ ਹੈ ਜਾਂ ਨਹੀਂ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਸਿੱਖ ਧਰਮ ਦੇ ਕਹਿ ਸਕਦੇ ਹੋ ਕਿ ਵਿਚਾਰਧਾਰਕ ਪੱਖ ਦੇ ਵਿੱਚ ਇੱਕ ਗੱਲ ਜਿਹੜੀ ਹੈ ਉਹ ਅਹਿਮ ਰਹੀ ਹੈ ਕਿ ਯੋਗਤਾ, ਜਿਹਦੇ ਵਿੱਚ ਯੋਗਤਾ ਹੈ ਜਾਂ ਜਿਹਨੂੰ ਕਹਿ ਸਕਦੇ ਕਿ ਕਿਰਪਾ ਹੈ ਕਿ ਜਿਹਦੇ ਉੱਪਰ ਉਸ ਪ੍ਰਮਾਤਮਾ ਨੇ, ਜਿਸ ਤਰ੍ਹਾਂ ਭੱਟ ਸਾਹਿਬਾਨ ਸਵਈਆਂ ਦੇ ਵਿੱਚ ਕਹਿੰਦੇ ਨਾ, ਸਮਰੱਥ ਗੁਰੂ ਸਿਰ ਹੱਥ ਧਰਿਓ, ਵੀ ਜਿਹਦੇ ਉੱਪਰ ਪ੍ਰਮਾਤਮਾ ਨੇ, ਉਸ ਸਮਰੱਥ ਪ੍ਰਮਾਤਮਾ ਨੇ ਹੱਥ ਧਰ ਦਿੱਤਾ, ਉਹਦੇ ਕੋਲ ਹੀ ਜਿਹੜੀ ਗੁਰਤਾ ਗੱਦੀ ਜਾਂ ਉਹੀ ਗੁਰਤਾ ਗੱਦੀ ਦਾ ਵਾਰਸ ਬਣ ਗਿਆ। ਸੋ ਇਸ ਤਰ੍ਹਾਂ ਦੇ ਨਾਲ ਪਰਿਵਾਰਕ ਤੌਰ ਤੇ ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਿ ਸਾਡੇ ਇਲਾਕੇ ਦੇ ਵਿੱਚ ਬਾਬਾ ਬੁੱਢਾ ਜੀ ਹੋਏ ਨੇ ਤੇ ਸਾਡੀ ਜਿੰਨੀ ਵੀ ਬੈਲਟ ਆ ਉਹ ਕੱਥੂ ਨੰਗਲ ਤੋਂ ਲੈ ਕੇ ਮਹਿਤਾ ਨੰਗਲ ਤੱਕ ਉਹ ਰੰਧਾਵਿਆਂ ਦੀ ਬੈਲਟ ਆ। ਤੇ ਉਹ ਸਾਡੇ ਜਿਹੜੇ ਪਿੰਡਾਂ ਦੇ ਰੰਧਾਵੇ ਆ ਉਹ ਇਹੋ ਕਹਿਣਗੇ ਜੀ ਅਸੀਂ ਤੇ ਬਾਬੇ ਬੁੱਢੇ ਦੀ ਵੰਸ਼ ਦੇ ਵਿੱਚੋਂ ਆ। ਪਰ ਬਾਬੇ ਬੁੱਢੇ ਦੇ ਵੰਸ਼ ਜੇ ਤੁਸੀਂ ਉਹਨਾਂ ਦੀ ਬਲੱਡ ਲਾਈਨ ਦੀ ਗੱਲ ਕਰਦੇ ਹੋ ਤਾਂ ਉਹ ਤਾਂ ਉਦੋਂ ਹੀ ਪਹਿਲਾਂ ਦਿੱਲੀ ਚਲੇ ਗਏ, ਫਿਰ ਆਨੰਦਪੁਰ ਸਾਹਿਬ ਵੀ ਉਹ ਬੜੇ ਉਤਰਾਵਾਂ ਚੜਾਵਾਂ ਦੇ ਵਿੱਚੋਂ ਲੰਘੇ ਨੇ। ਸੋ ਕਿਤੇ ਵੀ ਭੱਲੇ ਪਰਿਵਾਰ ਦਾ ਹੋ ਜਾਣਾ ਤੇ ਉਹਨੂੰ ਕਹਿਣਾ ਕਿ ਅਸੀਂ ਤੇ ਹੁਣ ਉਸ ਵੰਸ਼ ਦੇ ਵਿੱਚੋਂ ਆ, ਤਾਂ ਫਿਰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਫਿਰ ਇਵੇਂ ਦੀਆਂ ਜਿਹੜੀਆਂ ਬੰਸਾਵਲੀਆਂ
ਤੁਸੀਂ ਉਹਨਾਂ ਨੇ ਤਾਂ ਸਮੇਂ-ਸਮੇਂ ਕੌਮਾਂ ਦੇ ਨਾਲ ਧਰੋਹ ਵੀ ਬੜੇ ਕੀਤੇ ਨੇ। ਸੋ ਇਹ ਨਹੀਂ ਕਿਹਾ ਜੀ ਜਾ ਜੀ ਸਕਦਾ ਵੀ ਜੇ ਕੋਈ ਉਸ ਵੰਸ਼ਾਵਲੀ ਦੇ ਨਾਲ ਜਾਂ ਉਹਦੇ ਨਾਲ ਜੁੜਿਆ ਹੋਇਆ ਹੈ ਤੇ ਉਹਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਕੌਮੀਅਤ ਦਾ ਸੰਗਠਨ ਢਾਂਚਾ ਸੀ ਉਹਦੇ ਨਾਲ ਕੋਈ ਧਰੋਹ ਨਹੀਂ ਕੀਤਾ। ਸੋ ਇਹ ਗੱਲ ਬੜੀ ਸਪਸ਼ਟ ਹੈ ਕਿ ਸਿੱਖ ਧਰਮ ਦੇ ਵਿੱਚ ਕੁਲ ਦੀ ਕੋਈ ਮਹਾਨਤਾ ਨਹੀਂ। ਜਦੋਂ ਪਾਵਨ ਗੁਰਬਾਣੀ ਨੇ ਸਾਨੂੰ ਉਪਦੇਸ਼ ਦੇ ਦਿੱਤਾ ਕਿ ਹਮਰੀ ਜਾਤ ਪਾਤ ਕੁਲ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ, ਵੀ ਜਦੋਂ ਸਿੱਖ ਨੇ ਗੁਰੂ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ ਤੇ ਜਾਤ ਪਾਤ ਕੁਲ ਦਾ ਅਹੰਕਾਰ ਜਿਹੜਾ ਉਹ ਖਤਮ ਹੋ ਜਾਂਦਾ ਹੈ। ਸੋ ਇਹਦੇ ਵਿੱਚ ਉਹ ਕਹਿ ਵੀ ਦਵੇ ਹੋਣ ਵੀ ਭੱਲਿਆਂ ਦੇ ਵਿੱਚੋਂ ਤੇ ਉਹਦੀ ਸਿੱਖ ਧਰਮ ਦੇ ਵਿੱਚ ਜਾਂ ਸਾਡੀ ਵਿਚਾਰਧਾਰਾ ਚ ਉਹਦੀ ਕੋਈ ਮਹਾਨਤਾ ਨਹੀਂ। ਜੀ ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ। ਸੋ ਤੁਸੀਂ ਜਿਹੜਾ ਕਿਹਾ ਹੈਗਾ ਕਿ ਇੱਕ ਕੁੱਲ ਚੋਂ ਭਾਵੇਂ ਹੋਣ ਵੀ, ਪਰ ਜੇ ਕਰਮ ਇੱਕੋ ਜਿਹੇ ਨਾ ਹੋਣ ਤਾਂ ਫਿਰ ਉਹਦਾ ਕੋਈ ਮਤਲਬ ਜਿਹੜਾ ਜ਼ਿਆਦਾ ਨਹੀਂ ਰਹਿ ਜਾਂਦਾ। ਜੇ ਆਪਾਂ ਹੁਣ ਗੱਲ ਕਰ ਲਈਏ ਨਕੋਦਰ ਡੇਰੇ ਦੀ, ਨਕੋਦਰ ਡੇਰੇ ਦੇ ਜਿਹੜੇ ਸਾਈਂ ਹੋਏ ਨੇ ਮੁਰਾਦ ਸ਼ਾਹ ਜਾਂ ਫਿਰ ਲਾਡੀ ਸ਼ਾਹ ਜਾਂ ਫਿਰ ਹੁਣ ਗੁਰਦਾਸ ਮਾਨ ਨੂੰ ਗੱਦੀ ਜਿਹੜੀ ਮਿਲੀ ਹੋਈ ਹੈ, ਤੇ ਉਹਨਾਂ ਦੇ ਜੀਵਨ ਦੇ ਵਿੱਚੋਂ ਕੋਈ ਇੱਕ ਝਲਕ ਵੀ ਇਹੋ ਜਿਹੀ ਮਿਲਦੀ ਹੈ ਕਿ ਆਪਾਂ ਕਹਿ ਸਕੀਏ ਕਿ ਗੁਰੂ ਅਮਰਦਾਸ ਪਾਤਸ਼ਾਹ ਦੇ ਜਾਂ ਆਪਾਂ ਕਹਿ ਲਈਏ ਕਿ ਚਰਨਾਂ ਦਾ ਇੱਕ ਕਿਣਕਾ, ਜਿਵੇਂ ਗੁਰਦਾਸ ਮਾਨ ਨੇ ਇਹ ਵੀ ਕਿਹਾ ਹੈਗਾ ਸਟੇਜ ਤੋਂ, ਸ਼ਾਇਦ ਸਾਰਿਆਂ ਨੇ ਉਹ ਭਾਸ਼ਣ ਜਿਹੜਾ ਹੈਗਾ, ਸਾਰੀ ਪਰਫਾਰਮੈਂਸ ਨਹੀਂ ਸੁਣੀ ਹੋਏਗੀ ਤਾਂ ਮੈਂ ਸਾਰੀ ਸੁਣੀ ਹੈ। ਉਹਨਾਂ ਨੇ ਆਨੰਦ ਸਾਹਿਬ ਦੀ ਬਾਣੀ ਦੀ ਵੀ ਗੱਲ ਕੀਤੀ ਹੈ ਤੇ ਹੋਰ ਵੀ ਕਈ ਤੁਕਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਦੀਆਂ ਜਿਹੜੀਆਂ ਉਹ ਉਚਾਰੀਆਂ ਨੇ, ਤੇ ਕਿਹਾ ਕਿ ਜੇ ਮਤਲਬ ਅਸੀਂ ਗੁਰੂ ਵਰਗੇ ਇੱਕ ਕਿਣਕਾ ਵੀ ਹੋ ਜਾਈਏ ਤਾਂ ਜ਼ਿੰਦਗੀ ਬਦਲ ਜਾਂਦੀ ਹੈ। ਤਾਂ ਤੁਸੀਂ ਕੀ ਦੇਖਦੇ ਹੋ ਉਹਨਾਂ ਦੀ ਜ਼ਿੰਦਗੀ ਬਾਰੇ, ਜੇ ਤੁਸੀਂ ਜਾਣਦੇ ਹੋ ਕੁਝ ਕੁ ਨਜ਼ਰ ਆਉਂਦਾ ਹੈ? ਵੇਖੋ, ਤਿੰਨ ਚਾਰ ਗੱਲਾਂ ਹੁੰਦੀਆਂ ਨੇ ਕਿ ਇੱਕ ਤੇ ਅਸੀਂ ਵੇਖਦੇ ਹਾਂ ਕਿ ਕਿਹੜਾ ਜਿਹੜਾ ਸਿਲਸਿਲਾ ਹੈ, ਸੋ ਉਸ ਕਿਹੜੇ ਸੂਫੀ ਸਿਲਸਿਲੇ ਦੇ ਵਿੱਚੋਂ ਆ, ਇਸ ਦੇ ਬਾਰੇ ਸਾਡੇ ਕੋਲ ਕੋਈ ਅਜੇ ਤੱਕ ਆਧਾਰ ਨਹੀਂ ਹੈਗਾ। ਵੀ ਤਾਂ ਹੁਣ ਇਸਲਾਮ ਦੇ ਵਿੱਚ ਵੀ ਮੰਨ ਲਓ ਉਹਨੇ ਆਪਣਾ ਨਾਂ ਜਿਹੜਾ ਸੂਫੀਵਾਦ ਵਾਲਾ ਖਾ ਲਿਆ, ਕਿ ਉਹਨੇ ਆਪਣਾ ਨਾਮ ਜਿਹੜਾ ਸੀਗਾ ਵਿਦਿਆ ਸਾਗਰ ਤੋਂ ਬਦਲ ਕੇ ਤੇ ਉਹਨੇ ਜਿਹੜਾ ਸੀਗਾ ਮਦਾਰ ਸ਼ਾਹ ਜਾਂ ਲਾਡੀ ਸ਼ਾਹ, ਇਹ ਜਿਹੜੇ ਨਾਂ ਸੀਗੇ ਉਹ ਬਦਲ ਲਏ ਗਏ। ਪਰ ਉਹ ਕਿਹੜੇ ਸਿਲਸਿਲੇ ਦੇ ਨਾਲ ਨੇ, ਕਿਹੜਾ ਸਕੂਲ ਆਫ ਥਾਟ ਆ? ਕਿਉਂਕਿ ਜਿਹੜੀਆਂ ਫਕੀਰ ਨੇ ਉਹ ਤਾਂ ਜੇ ਮੁਸਲਮਾਨ ਨੇ ਤੇ ਜਾਂ ਤੇ ਉਹ ਸ਼ੀਆ ਦੇ ਸਕੂਲ ਆਫ ਥਾਟ ਦੇ ਵਿੱਚੋਂ ਹੋਣਗੇ, ਜਾਂ ਫਿਰ ਸੁੰਨੀਆਂ ਦਾ ਜਿਹੜਾ ਸਕੂਲ ਆਫ ਥਾਟ ਹੈ ਉਹਦੇ ਚ ਹਨਫੀ ਆ ਜਾਂਦੇ ਨੇ, ਫਿਰ ਮਾਲਕੀ ਆ ਜਾਂਦੇ ਨੇ, ਸ਼ਾਫੀ ਆ ਜਾਂਦੇ ਨੇ, ਹੰਬਲੀ ਆ ਜਾਂਦੇ ਨੇ। ਵੀ ਕਿਹੜਾ ਸਕੂਲ ਆਫ ਥਾਟ ਆ, ਇਹਦੇ ਬਾਰੇ ਤਾਂ ਅਜੇ ਤੱਕ ਕੋਈ ਹੈ ਹੀ ਨਹੀਂ। ਮਤਲਬ ਕਿ ਜਿਹੜਾ ਇਸਲਾਮਿਕ ਸਕੂਲ ਆਫ ਥਾਟ ਆ, ਜਿਹਦੇ ਅੱਗੋਂ ਪ੍ਰਚਾਰਕ ਆ ਜਾਂਦੇ ਨੇ, ਚਾਹੇ ਦਿਓਬੰਦ ਵਾਲੇ ਚਾਹੇ ਬਰੇਲੀ ਵਾਲੇ, ਉਹ ਤਾਂ ਕਹਿੰਦੇ ਕਿ ਕਬਰਾਂ ਨੂੰ ਮੰਨਣ ਵਾਲਿਆਂ ਦਾ ਸਾਡੇ ਨਾਲ ਸੰਬੰਧ ਹੀ ਕੋਈ ਨਹੀਂ। ਪਹਿਲੀ ਗੱਲ ਤੇ ਆ ਗਈ। ਦੂਜੀ ਗੱਲ ਆ ਜਾਂਦੀ ਹੈ ਕਿ ਨੈਤਿਕ ਕਦਰਾਂ ਕੀਮਤਾਂ। ਅਸੀਂ ਵੇਖਦੇ ਹਾਂ ਕਿ ਕੁਝ ਡੇਰਿਆਂ ਦਾ ਭਾਵੇਂ ਸਾਡੇ ਨਾਲ ਧਾਰਮਿਕ ਤੌਰ ਤੇ ਕੋਈ ਸੰਬੰਧ ਨਾ ਹੋਵੇ, ਪਰ ਉੱਥੇ ਚੰਗੇ ਗੁਣ ਹੁੰਦੇ ਨੇ, ਜਿਸ ਕਰਕੇ ਸਮਾਜ 'ਚ ਸਾਡੇ ਧਰਮ ਦੇ ਨਾਲ ਨਾ ਵੀ ਜੁੜੇ ਹੋਣ ਕਰਕੇ ਅਸੀਂ ਉਹਦੀ ਵਿਰੋਧਤਾ ਨਹੀਂ ਕਰਦੇ ਵੀ ਨਹੀਂ ਚਲੋ ਬੰਦਾ ਚੰਗਾ ਹੈ, ਕਮ ਸੇ ਕਮ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਲੈ ਕੇ ਜਾ ਰਿਹਾ। ਪਰ ਉਹ ਤਾਂ ਉਹ ਡੇਰਾ ਜਿੱਥੇ ਸ਼ਰੇਆਮ ਜਿਹੜੀ ਹੈ ਨਸ਼ਿਆਂ ਦੀ, ਤੰਬਾਕੂ ਦੀ ਵਰਤੋਂ ਕੀਤੀ ਜਾ ਰਹੀ ਹੈ, ਔਰ ਪੰਜਾਬ ਦੀ ਸਰਜ਼ਮੀਨ ਜ਼ਮੀਨ ਦੇ ਉੱਪਰ ਉਸ ਨਸ਼ੇ ਦੀ ਵਰਤੋਂ ਕਰਨੀ ਜਿਹਨੂੰ ਸਾਡੇ ਗੁਰੂ ਸਾਹਿਬਾਨ ਨੇ ਜਗਤ ਜੂਠ ਕਿਹਾ ਹੋਵੇ, ਜਿਹਦੇ ਬਾਰੇ ਸਾਡੇ ਕੋਲ ਤਕਰੀਬਨ ਗੁਰੂ ਤੇਗ ਬਹਾਦਰ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਅਨੇਕਾਂ ਲਿਖਤੀ ਫਰਮਾਨ ਮਿਲਦੇ ਹੋਣ ਕਿ ਸਿੱਖ ਨੇ ਵਰਤੋਂ ਤਾਂ ਕੀ ਕਰਨੀ ਹੈ, ਵਰਤੋਂ ਕਰਨ ਵਾਲੇ ਦੇ ਨਾਲ ਵੀ ਕੋਈ ਮੇਲ ਮਿਲਾਪ ਜਿਹੜਾ ਉਹ ਨਹੀਂ ਰੱਖਣਾ। ਸੋ ਤੀਜੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਕਿਤੇ ਨਾ ਕਿਤੇ ਜਿਹੜੇ ਅਧਿਆਤਮਕ ਗੁਣ ਹੁੰਦੇ ਨੇ ਉਹ ਤਾਂ ਕਿਸੇ ਵਿਅਕਤੀ ਦੇ ਵਿੱਚ ਹੋਣ ਨਾ। ਮੈਂ ਹੁਣ ਤੁਹਾਨੂੰ ਇੱਕ ਉਦਾਹਰਨ ਦਿੰਦਾ, ਗੁਰਦਾਸ ਮਾਨ ਜੇਕਰ ਉਸ ਡੇਰੇ ਦਾ ਅੱਗੋਂ ਉਹਨਾਂ ਵੱਲੋਂ ਚੁਣਿਆ ਗਿਆ ਜਾਂ ਆਪ ਬਣਿਆ ਜਾਨਸ਼ੀਨ ਹੈ, ਤਾਂ ਫਿਰ ਬਾਰ-ਬਾਰ ਕਿਤੇ ਨਾ ਕਿਤੇ ਆਪਣੀ ਨਿਮਰਤਾ ਦਾ ਮੁਜ਼ਾਹਰਾ ਤਾਂ ਕਰਦਾ। ਮੈਂ ਇਹ ਕਹਿੰਦਾ ਕਿ ਜਿਹੜੇ ਗੁਰੂ ਸਾਹਿਬਾਨ ਦੇ ਨਾਲ ਜੋੜ ਕੇ ਇਹਨੇ ਇਤਿਹਾਸ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿਸ ਇੰਟਰਪ੍ਰੈਟ ਕਰਨ ਦੀ ਸਾਰੇ ਸਕ੍ਰਿਪਚਰ ਨੂੰ ਕੋਸ਼ਿਸ਼ ਕੀਤੀ ਹੈ, ਉਹਦੇ 'ਚ ਇਹ ਤਾਂ ਵੇਖਦਾ ਕਿ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਤੇ ਦੂਸਰੇ ਪਾਤਸ਼ਾਹ ਦਾ ਪੁੱਤਰ ਆ ਕੇ ਲੱਤ ਮਾਰਦਾ ਤੇ ਉਦੋਂ ਗੁਰੂ ਸਾਹਿਬ ਦਾ ਜਵਾਬ ਕੀ ਹੈ? ਕਹਿੰਦੇ ਇੱਕ ਤੋਂ ਬੈ ਤੇ ਬਿਰਧ ਪਏ ਹੈ, ਦੁਤੀਆ ਸੇਵਾ ਕਰਤ ਰਹੇ हैं, तृतीया शरीर अधिक कठोरा तुमरे चरण मिर्दल संग मोरा। कि बेटा एक तो मैं उम्र दा बड़ा बुढ़ा है, दूजा मैं सख्त मेहनत बड़ी कीती, सेवा बड़ी कीती है, तीजिया मेरिया हड्डियां कमजोर ने, तेरे पैर किते इन्ने नरम ने, किते तेनू सट तो नहीं लग गई। सो मैनू तो लगता ही नहीं कि रूहानीयत के पक्ष तो, नैतिकता के पक्ष तो ਜਾਂ ਬੰਸਾਵਲੀ ਦੇ ਪੱਖ ਤੋਂ ਕੋਈ ਉਸ ਡੇਰੇ ਦੇ ਵਿੱਚ ਇਵੇਂ ਦੀ ਖੂਬੀ ਤੁਸੀਂ ਬਿਆਨ ਕਰ ਸਕੋ ਕਿ ਜਿਹਦੇ ਬਾਰੇ ਕਿਹਾ ਜਾ ਸਕੇ ਕਿ ਇੱਕ ਚੰਗੇ ਡੇਰੇ ਦੇ ਕਿਸੇ ਮੁਰਸ਼ਿਦ ਦਾ ਕੋਈ ਮੁਰੀਦ ਬਣਿਆ। ਸੋ ਮੈਨੂੰ ਤਾਂ ਅੱਜ ਕੱਲ ਦੇ ਸਮੇਂ ਤਾਂ ਮੈਨੂੰ ਉੱਥੇ ਕੁਝ ਮਹਿਸੂਸ ਨਹੀਂ ਹੋਇਆ ਜਾਂ ਨਜ਼ਰ ਨਹੀਂ ਆਇਆ।
ਜੀ, ਜੀ। ਸੋ ਡਾਕਟਰ ਸਾਹਿਬ ਆਖਰੀ ਸਵਾਲ ਮੈਂ ਪੁੱਛਾਂਗੀ, ਮਾਫ਼ੀ ਤੋਂ ਹੀ ਆਪਾਂ ਗੱਲ ਸ਼ੁਰੂ ਕੀਤੀ ਸੀ। ਤੁਸੀਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਕਿ ਮਾਫ਼ੀ ਦੇ ਵਿੱਚ 1 ਮਿੰਟ ਦੀ ਇਹ ਵੀਡੀਓ ਜਿਹੜੀ ਜਾਰੀ ਕੀਤੀ ਹੈ ਗੁਰਦਾਸ ਮਾਨ ਨੇ, ਉਹਦੇ ਵਿੱਚ ਜੇ ਤੁਸੀਂ ਜਿਹੜਾ ਹੈਗਾ ਬਹੁਤ ਹੀ ਸੂਖਮਤਾ ਦੇ ਨਾਲ ਦੇਖੋਗੇ ਤਾਂ ਲੱਗਦਾ ਨਹੀਂ ਕਿ ਮਾਫ਼ੀ ਹੈ। ਇਹਨੂੰ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਤੁਸੀਂ ਦੱਸੋਗੇ ਕਿ ਉਹੀ ਮੈਂ ਪਹਿਲਾ ਸਵਾਲ ਹੀ ਦੁਬਾਰਾ ਪੁੱਛਾਂਗੀ ਕਿ ਮਾਫ਼ੀ ਫਰਜ਼ੀ ਕਿਉਂ ਲੱਗਦੀ ਹੈ? ਕਿਹੜੇ ਸ਼ਬਦ ਨੇ ਜਿਹੜੇ ਲੱਗਦਾ ਹੈ ਕਿ ਦਿਲੋਂ ਮਾਫ਼ੀ ਨਹੀਂ ਮੰਗੀ ਗਈ? ਸਭ ਤੋਂ ਪਹਿਲੀ ਗੱਲ ਤੇ ਜਿਹੜੀ ਗੱਲ ਹੁੰਦੀ ਹੈ ਕਿ ਆਪਣੇ ਹੀ ਪੇਸ਼ੇ ਦੇ ਪ੍ਰਤੀ ਅਹਿਸਾਨ ਫਰਾਮੋਸ਼ ਹੋਣਾ ਤੇ ਕ੍ਰਿਤਘਨ ਹੋਣਾ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਆ ਜਾਂ ਕਿਸੇ ਦੇ ਪਾਸੇ ਕੋਈ ਵੀ ਸੰਦੇਹ ਨਹੀਂ ਰਹਿ ਜਾਂਦਾ। ਤੁਸੀਂ ਜਾਂ ਮੈਂ ਵੀ ਬਹਿ ਕੇ ਵਿਚਾਰ ਕਰੀਏ ਤਾਂ ਇਸ ਗੱਲ ਦੇ ਉੱਪਰ ਤੇ ਉਹ ਸਾਡੇ ਵਿਚਕਾਰ ਖੁਦ ਵੀ ਬੈਠਾ ਹੋਵੇ ਤੇ ਇਸ ਗੱਲ ਨੂੰ ਸਵੀਕਾਰਨਾ ਪੜੇਗਾ ਕਿ ਜੇਕਰ ਸੰਸਾਰ ਦੇ ਵਿੱਚ, ਸਮਾਜ ਦੇ ਵਿੱਚ ਉਹਦਾ ਨਾਮ ਬਣਿਆ ਤੇ ਪੰਜਾਬੀ ਮਾਂ ਬੋਲੀ ਦੀ ਗਾਇਕੀ ਦੇ ਕਰਕੇ ਬਣਿਆ। ਸੋ ਜਿਹੜੀ ਪਹਿਲੀ ਗੱਲ ਤੇ ਹੈ ਕਿ ਆਪਣੀ ਮਾਂ ਬੋਲੀ ਤੋਂ ਹੀ ਕ੍ਰਿਤਘਣਤਾ ਜਿਹੜੀ ਹੋ ਜਾਣੀ, ਮਨੁੱਖ ਦਾ ਅਹਿਸਾਨ ਫਰਾਮੋਸ਼ ਹੋ ਜਾਣਾ। ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਉਸ ਮਨੁੱਖ ਦਾ ਨੈਤਿਕ ਆਧਾਰ ਕੀ ਹੈ। ਦੂਜੀ ਗੱਲ ਜਿਹੜੀ ਮਾਫੀ ਦੇ ਵਿੱਚ ਸ਼ਬਦਾਵਲੀ ਵਰਤਣੀ, ਮੈਨੂੰ ਤੇ ਅੱਜ ਮੈਂ ਜਦੋਂ ਉਹਦੀ ਮਾਫੀਨਾਮਾ ਵੇਖ ਰਿਹਾ ਸੀ ਤੇ ਮੈਂ ਸਰਸੇ ਵਾਲੇ ਦਾ ਵੀ ਜਿਹੜਾ ਅਕਾਲ ਤਖਤ ਸਾਹਿਬ ਤੇ ਆਇਆ ਸੀ ਉਹ ਵੀ ਵੇਖ ਰਿਹਾ ਸੀਗਾ। ਉਹ ਜਦੋਂ ਤੁਸੀਂ ਸ਼ਬਦਾਵਲੀਆਂ ਵੇਖਦੇ ਹੋ ਨਾ ਤੇ ਇਹੀ ਗੋਲਮੋਲ ਜੇ ਪੱਖ ਹੁੰਦੇ ਨੇ ਜਿਹਦੇ ਵਿੱਚ ਕਹਿਣ ਦਾ ਯਤਨ ਇਹ ਕੀਤਾ ਜਾਂਦਾ ਹੈ ਕਿ ਮੈਂ ਤੇ ਆਪਣੇ ਵੱਲੋਂ ਬਿਲਕੁਲ ਠੀਕ ਕਿਹਾ, ਮੇਰੀ ਸ਼ਬਦਾਵਲੀ ਦੇ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਹਦੀ ਖਿਮਾ ਜਾਚਨਾ ਕਰਦਾ। ਪਰ ਉੱਥੇ ਬੰਦਾ, ਉਹਦਾ ਦੂਜਾ ਪੱਖ ਹੁੰਦਾ ਕਿ ਮੈਂ ਠੀਕ ਹਾਂ, ਪਰ ਜੇ ਤੁਹਾਨੂੰ ਸਮਝਣ ਦੇ ਵਿੱਚ ਗਲਤੀ ਲੱਗੀ ਹੈ, ਸੋ ਇਹਦੇ ਵਿੱਚ ਆ ਜਾ ਕੇ ਇਹਨੂੰ ਤੁਸੀਂ ਮਾਫੀ ਨਹੀਂ ਕਹਿ ਸਕਦੇ। ਇਹਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਬੰਦੇ ਦੀ ਇਹ ਬਿਰਤਾਂਤ ਸਿਰਜਣ ਦੀ ਜਾਂ ਇੱਕ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਹੁੰਦੀ ਹੈ ਕਿ ਮੇਰਾ ਕਹਿਣ ਦਾ ਨਜ਼ਰੀਆ ਆ ਸੀ, ਤੁਸੀਂ ਇਹਨੂੰ ਗਲਤ ਸਮਝ ਲਿਆ। ਪਰ ਜੇ ਤੁਸੀਂ ਗਲਤ ਸਮਝ ਲਿਆ ਤੇ ਤੁਹਾਡੇ ਪੱਲੇ ਗਲਤ ਗੱਲ ਪੈ ਗਈ ਹੈ ਤੇ ਚਲੋ ਮੈਂ ਸਮਝਾਉਣ ਦੇ ਵਿੱਚ ਨਾਕਾਮਯਾਬ ਰਿਹਾ। ਸੋ ਇਹਨੂੰ ਤੁਸੀਂ ਸਪਸ਼ਟ ਸ਼ਬਦਾਂ ਦੇ ਵਿੱਚ ਮਾਫੀ ਨਹੀਂ ਕਹਿ ਸਕਦੇ। ਜੀ, ਜੀ। ਸੋ ਡਾਕਟਰ ਸਾਹਿਬ ਇੱਕ ਸਵਾਲ ਮੈਂ ਹੋਰ ਪੁੱਛਾਂਗੀ, ਸੁਨੇਹਾ ਕੋਈ ਤੁਸੀਂ ਦੇਣਾ ਚਾਹੁੰਦੇ ਹੋ ਸਿੱਖ ਨੌਜਵਾਨਾਂ ਨੂੰ ਖਾਸ ਕਰਕੇ, ਕਿਉਂਕਿ ਜਿਹੜੇ ਹੁਣ ਰੋਸ ਮੁਜ਼ਾਹਰੇ ਹੋ ਰਹੇ ਨੇ, ਵੋਟਾਂ ਦਾ ਜਿਹੜਾ ਟਾਈਮ ਹੈਗਾ, ਇਹੋ ਜਿਹੇ ਇਲਜ਼ਾਮ ਵੀ ਫਿਰ ਲੱਗ ਜਾਂਦੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਹੋਰ ਬਹੁਤ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਕੋਈ ਸਲਾਹ ਹੈ ਤੁਹਾਡੀ? ਹਾਂ, ਬਿਲਕੁਲ। ਆਪਣੇ ਵੀਰਾਂ ਨੂੰ ਜਿਹੜੇ ਵੀ ਉੱਥੇ ਗਏ ਨੇ, ਚਾਹੇ ਸਰਦਾਰ ਬਲਬੀਰ ਸਿੰਘ ਹੋਣੀ ਗਏ ਨੇ, ਪਰਮਜੀਤ ਸਿੰਘ ਅਕਾਲੀ ਹੋਣੀ ਜਾਂ ਜਸਵਿੰਦਰ ਸਿੰਘ ਸ਼ਾਂਤ ਜਾਂ ਹੋਰ ਜਥੇਬੰਦੀਆਂ ਨਾਲ ਸੰਬੰਧਿਤ ਵੀਰ ਜਿਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ ਹੋਊਗਾ, ਇੱਕ ਬੇਨਤੀ ਜ਼ਰੂਰ ਕਰਨਾ ਚਾਹੂੰਗਾ ਕਿ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਨੂੰ ਜ਼ਰੂਰ ਇਨਵੋਲਵ ਕਰਨਾ ਚਾਹੀਦਾ। ਨਹੀਂ ਤੇ ਕੀ ਹੁੰਦਾ ਹੈ ਕਿ ਜਦੋਂ ਕੋਈ ਨਾ ਕੋਈ ਅਣਸਖਾਵੀ ਘਟਨਾ ਵਾਪਰ ਜਾਂਦੀ ਹੈ ਤੇ ਜਿਹੜੀਆਂ ਸਿੱਖਾਂ ਦੀਆਂ ਆਪਣੇ ਆਪ ਨੂੰ ਨੁਮਾਇੰਦਾ ਸਮਝਣ ਵਾਲੀਆਂ ਸੰਸਥਾਵਾਂ ਨੇ, ਉਹ ਇਹ ਕਹਿ ਕੇ ਬਰੀ ਹੋ ਜਾਂਦੀਆਂ ਨੇ ਜੀ ਸਾਡੇ ਪੁੱਛਣ ਤੋਂ ਬਿਨਾਂ ਨੌਜਵਾਨ ਆਪ ਮੁਹਾਰੇ ਚਲੇ ਗਏ। ਆਉਣਾ ਨਾ ਆਉਣਾ ਉਹਨਾਂ ਦੀ ਮਰਜ਼ੀ ਹੈ, ਪਰ ਉਹਨਾਂ ਨੂੰ ਖੁਦ ਇੰਟਰਵੀਨ ਕਰਨਾ ਚਾਹੀਦਾ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਂ ਐਸਜੀਪੀਸੀ ਵੱਲੋਂ ਇਸ ਮਸਲੇ ਤੇ ਖੁਦ ਹਜੇ ਮੈਨੂੰ ਲੱਗਦਾ ਇੰਟਰਵੀਨ ਨਹੀਂ ਕੀਤਾ ਗਿਆ, ਕਰਨਾ ਚਾਹੀਦਾ। ਬਿਲਕੁਲ ਕਰਨਾ ਚਾਹੀਦਾ ਹੈ, ਕਿਉਂਕਿ ਜੇ ਨਹੀਂ ਇੰਟਰਵੀਨ ਕੀਤਾ ਜਾਵੇਗਾ, ਨੌਜਵਾਨ ਜਿਹੜੇ ਨਾ ਕਿਤੇ ਫਿਰ ਜਾ ਕੇ ਸਾਰੇ ਇਸ ਮੁੱਦੇ ਨੂੰ ਆਪਣੇ ਹੱਥਾਂ ਦੇ ਵਿੱਚ ਲੈਣਗੇ। ਹੱਥਾਂ ਦੇ ਵਿੱਚ ਜਦੋਂ ਨੌਜਵਾਨ ਲੈਂਦੇ ਨੇ ਤਾਂ ਕਿਤੇ ਨਾ ਕਿਤੇ ਜਦੋਂ ਕੋਈ ਆਗੂ ਰਹਿਤ ਨੌਜਵਾਨ ਇਕੱਠੇ ਤੁਰਦੇ ਨੇ ਤਾਂ ਕਿਤੇ ਨਾ ਕਿਤੇ ਜੋਸ਼ ਦੇ ਵਿੱਚ ਆ ਕੇ ਕੋਈ ਨਾ ਕੋਈ ਇਵੇਂ ਦਾ ਘਟਨਾਕ੍ਰਮ ਜੇ ਵਾਪਰ ਜਾਂਦਾ, ਜਿਸ ਤਰ੍ਹਾਂ ਬਾਈਬਲ ਕਲਾਂ ਵਾਪਰਿਆ ਸੀ। ਉਹਦੇ ਵਿੱਚ ਜੇ ਕਾਰਨ ਤੇ ਵੇਖੋ ਨਾ ਕਿ ਕੋਈ ਨੁਮਾਇੰਦਾ ਜਮਾਤ ਜਿਹੜੀ ਹੈ ਸਿੱਖਾਂ ਦੀ, ਉਸ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਖਿਲਾਫ ਆਵਾਜ਼ ਹੀ ਨਹੀਂ ਉਠਾਈ, ਸਗੋਂ ਸ਼ਮੂਲੀਅਤ ਨਿਕਲ ਆਈ। ਸੋ ਉਹਦੇ ਨਾਲ ਕੀ ਹੁੰਦਾ ਹੈ ਕਿ ਸਮੁੱਚਾ ਇਹ ਜਿਹੜਾ ਕਹਿ ਸਕਦੇ ਹੋ ਕਿ ਜਿਹੜਾ ਵਰਤਾਰਾ ਜਾਂ ਘਟਨਾਕ੍ਰਮ ਹੈ, ਇਹਦੀ ਦਿਸ਼ਾ ਹੀ ਤਬਦੀਲ ਹੋ ਜਾਂਦੀ ਹੈ। ਸੋ ਪਹਿਲੀ ਗੱਲ ਤੇ ਜਿਹੜੀਆਂ ਸਾਡੀਆਂ ਨੁਮਾਇੰਦਾ ਸੰਸਥਾਵਾਂ ਨੇ, ਇਹਨਾਂ ਨੂੰ ਖੁਦ ਹੀ ਚਾਹੀਦਾ ਹੈ ਕਿ ਇਹਦੇ ਵਿੱਚ ਇੰਟਰਵੀਨ ਕਰਨ, ਇਹਨਾਂ 'ਚ ਇਹਨਾਂ ਦੀ ਸ਼ਮੂਲੀਅਤ ਹੋਵੇ। ਸ਼ਮੂਲੀਅਤ ਨਹੀਂ, ਮੈਂ ਤਾਂ ਕਹਿੰਦਾ ਅਗਵਾਈ ਕਰਨੀ ਚਾਹੀਦੀ ਹੈ ਕਿ ਜੇਕਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਕਰਨਾ ਕੀ ਹੈ। ਜੇਕਰ ਇੰਨੇ ਵੱਡੇ ਮਸਲਿਆਂ ਦੇ ਉੱਪਰ ਵੀ ਇਹਨਾਂ ਨੇ ਚੁੱਪ ਰਹਿਣਾ ਹੈ ਤਾਂ ਫਿਰ ਤੇ ਮੈਨੂੰ ਲੱਗਦਾ ਕੋਈ ਲਾਭ ਵੀ ਨਹੀਂ ਹੈ ਫਿਰ ਇਹਨਾਂ ਸੰਸਥਾਵਾਂ ਦਾ। ਜੀ, ਗੁਰਦਾਸ ਮਾਨ ਨੂੰ ਕੋਈ ਸੁਨੇਹਾ? ਵੇਖੋ, ਬਸ ਇੰਨਾ ਹੀ ਸੁਨੇਹਾ ਕਿ ਜਦੋਂ ਬੰਦਾ ਗਲਤੀ ਕਰ ਲੈਂਦਾ ਹੈ ਨਾ ਤਾਂ ਫਿਰ ਮਾਫੀ ਦੇ ਵਿੱਚ ਸ਼ਬਦਾਂ ਦੇ ਹੇਰ-ਫੇਰ ਤੇ ਸ਼ਰਤਾਂ ਨਹੀਂ ਹੁੰਦੀਆਂ। ਫਿਰ ਤਾਂ ਬੰਦੇ ਨੂੰ ਇਹ ਕਹਿਣਾ ਫਰਜ਼ ਬਣਦਾ ਹੈ ਕਿ ਕੌਮ ਦੇ ਅੱਗੇ ਜਾਂ ਇਸ ਸਮੁੱਚੇ ਭਾਈਚਾਰੇ ਦੇ ਅੱਗੇ ਮੈਂ ਦੋਸ਼ੀ ਹਾਂ ਤੇ ਜੋ ਵੀ ਸਜ਼ਾ ਲਾਉਣ ਮੈਂ ਮੰਨਣ ਨੂੰ ਤਿਆਰ ਹਾਂ। ਫਿਰ ਮਾਫੀ ਦੀਆਂ ਸ਼ਬਦਾਵਲੀਆਂ ਇਵੇਂ ਦੀਆਂ ਹੁੰਦੀਆਂ। ਜੀ, ਤੋ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਖਾਲਸ ਟੀਵੀ ਤੇ ਇਸ ਖਾਸ ਚਰਚਾ ਦੇ ਵਿੱਚ ਜੁੜਨ ਲਈ। ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਸਾਡੇ ਨਾਲ ਜੁੜੇ ਹੋਏ ਸੀ। ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ। ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਦ ਖਾਲਸ ਟੀਵੀ ਤੇ ਇਸ ਮੁੱਦੇ ਦੇ ਨਾਲ ਜੁੜੀ ਹਰ ਅਪਡੇਟ ਅਸੀਂ ਤੁਹਾਨੂੰ ਦਿੰਦੇ ਰਹਾਂਗੇ। ਸਤਿ ਸ਼੍ਰੀ ਅਕਾਲ।